ਇਹਨਾਂ ਸਾਰਿਆਂ ਨੂੰ ਖੁੱਲ੍ਹਾ ਚੈਲੰਜ ਆ, ਆਓ ਬੈਠੋ ਤੇ ਸਾਡੇ ਨਾਲ ਚਰਚਾ ਵਿਚਾਰ ਕਰੋ ਤੇ ਫਿਰ ਸਾਨੂੰ ਸਿੱਧ ਕਰਕੇ ਵਿਖਾਓ ਕਿ ਉਹ ਕੌਣ ਨੇ। ਬਾਬਾ ਜੀ ਦਲਿਤ ਸ਼ਬਦ ਜਿਹੜਾ ਆ ਇਹਨੂੰ ਤੁਸੀਂ ਕਿਵੇਂ ਲੈਂਦੇ ਹੋ? ਦੇਖੋ ਗੱਲ ਪਤਾ ਦਲਿਤ ਸਿੱਖ ਜਿਵੇਂ ਹੋ ਗਏ, ਜਿਹੜਾ ਦਲਿਤ ਸ਼ਬਦ ਹੈ ਨਾ ਇਹ ਗਾਲ ਆ। ਗਾਲ ਕਿਵੇਂ ਹੋ ਗਈ? ਇਹ ਗਾਲ ਜੇ ਦਲਿਤ ਦਾ ਅਰਥ ਦੱਲਾ ਤੇ ਹਰੀਜਨ ਸ਼ਬਦ ਜਿਹੜਾ ਸੀ ਉਹਦੇ ਅਰਥ ਹੈ ਹਰਾਮ ਦਾ। ਸਾਡੇ ਸਾਹਮਣੇ ਜਿਹੜਾ ਦਲਿਤ ਕਹੇਗਾ ਅਸੀਂ ਉੱਤੇ ਪਰਚਾ ਕਰਾਉਣੇ ਆ। ਜਦੋਂ ਚੰਨੀ ਸਾਹਿਬ ਨੂੰ ਕਿਹਾ ਸੀ ਉਦੋਂ ਵੀ ਅਸੀਂ 8-10 ਪਰਚੇ ਕਰਾਏ ਸੀਗੇ। ਸਿੱਧੂ ਤੇ ਵੀ ਕਰਾਇਆ ਸੀ, ਜਿਹੜਾ ਆ ਬਣੇ ਨਾ ਦੀਪ ਸਿੱਧੂ ਤੇ ਵੀ ਪਰਚਾ ਕਰਾਇਆ ਸੀ। ਇੱਥੇ ਕੀ ਗੱਲ ਇਹਨੇ ਚੂੜਾ ਸ਼ਬਦ ਵਰਤਿਆ ਸੀਗਾ। ਅਸੀਂ ਜੇ ਕਹਿੰਦੇ ਵੀ ਸਾਨੂੰ ਮਜ਼੍ਹਬੀ ਸਿੱਖ ਵਰਤੋ ਵੀ ਅਸੀਂ ਮਜ਼੍ਹਬੀ ਸਿੱਖ ਹਾਂ, ਸਾਨੂੰ ਫਕਰ ਮਹਿਸੂਸ ਹੁੰਦਾ। ਮੈਂ ਜਿੱਥੇ ਜੱਟ ਭਾਈਚਾਰੇ ਦੀ ਆਪਾਂ ਬੈਠਿਆ ਉੱਥੇ ਕੀਤੀ ਕਿ ਨਹੀਂ ਸੇਵਾ ਦੀ ਗੱਲ ਕਿ ਬਈ ਇਹਨਾਂ ਦੀ ਕੋਈ ਦੇਣ ਨਹੀਂ ਦੇ ਸਕਦਾ, ਇਹ ਇੰਨੀ ਸੇਵਾ ਕਰਦੇ ਆ। ਮੈਂ ਆਪਦੀ ਕੌਮ 'ਚ ਜਾਂਦਾ ਨਾ ਮਜ਼੍ਹਬੀ ਸਿੱਖਾਂ 'ਚ, ਉਹਨਾਂ 'ਚ ਵੀ ਜਾ ਕੇ ਜਾਂਦਾ। ਉਹ ਸਿਰਫ ਤੁਸੀਂ ਜੱਟਾਂ ਨੂੰ ਗਾਲਾਂ ਕੱਢਦੇ ਜੇ। ਜੱਟ ਲੋਕ ਸੇਵਾ ਸਿਮਰਨ ਕਰਦੇ ਆ ਤੇ ਗੁਰੂ ਸਾਹਿਬ ਕਹਿੰਦੇ ਨੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਤੇ ਤੁਸੀਂ ਰਹਿਤ ਪੈਤ ਰੱਖੋ, ਰਹਿਮਤਾਂ ਤੁਹਾਡੇ ਤੇ ਵੀ ਆਉਣਗੀਆਂ। ਉਹ ਲੰਗਰ ਲਾਉਂਦੇ ਨੇ, ਤੁਸੀਂ ਖਾਣ ਜਾਂਦੇ ਜੇ, ਤੁਸੀਂ ਵੀ ਕੋਈ ਲਾ ਲਿਆ ਕਰੋ। ਇਹਨਾਂ ਨੇ ਮੇਰੇ ਬਾਰੇ ਜਾਣਦੇ ਨਹੀਂ ਸੀ, ਮੈਂ ਉਦੋਂ ਪੂਨੇ 'ਚੋਂ ਨਵਾਂ ਆਇਆ ਸੀ ਤੇ ਚੋਲਾ ਪੱਗ ਨੁੱਕਰ ਵਾਲੀ ਬੱਧੀ ਹੋਈ ਸੀ, ਮੈਂ ਸਿੰਘ ਸਾਹਿਬ ਸਿੰਗਲ ਪੱਗ ਤੇ ਉਹ ਬੈਠੇ ਬਾਬਾ ਜੀ ਬਾਹਰ ਗਏ, ਸ਼ਾਇਦ ਬਾਥਰੂਮ ਗਏ, ਮਗਰੋਂ ਆਪਸ ਵਿੱਚ ਕਰਨ ਲੱਗ ਪਏ। ਨਾ ਚੂੜੇ ਚੱਪਿਆਂ ਨੂੰ ਅੰਮ੍ਰਿਤ ਛਕਾ ਕੇ ਅਸੀਂ ਸਿਰ ਤੇ ਪਾਉਣਾ ਆਪਦੇ। ਸ਼੍ਰੋਮਣੀ ਕਮੇਟੀ ਵਾਲੇ, ਸ਼੍ਰੋਮਣੀ ਕਮੇਟੀ ਵਿੱਚ ਬੰਦੇ ਜਿਹੜੇ ਉੱਥੇ ਕੋਈ ਸੇਵਾਦਾਰ ਜਾਂ ਕੋਈ ਜਿਹੜੇ ਪ੍ਰਬੰਧਕ ਸੀ, ਜਿਨ੍ਹਾਂ ਦੇ ਨਾਲ ਮੀਟਿੰਗਾਂ ਕਰਦੇ ਹੁੰਦੇ ਸੀ ਵੀ ਇਹਨਾਂ ਨੂੰ ਸਿਰ ਤੇ ਪਾਉਣਾ, ਇਹ ਸ਼ਬਦ ਉਹਨਾਂ ਨੇ ਵਰਤੇ। ਇਹ ਉਹਨਾਂ ਨੇ ਵਰਤੇ। ਚੂੜੇ ਚਮਾਰਾਂ ਨੂੰ ਅੰਮ੍ਰਿਤ ਛਕਾ ਕੇ ਅਸੀਂ ਆਪਦੇ ਸਿਰ ਤੇ ਪਾਉਣਾ। ਔਰ ਰੂਮੀ ਵਾਲੇ ਸਭ ਤੋਂ ਜ਼ਿਆਦਾ ਜਿਹੜੇ ਭੁੱਚੋ ਵਾਲੇ ਆ, ਉਹ ਸਭ ਤੋਂ ਜ਼ਿਆਦਾ ਕਰਦੇ ਆ ਵਿਤਕਰਾ ਇਸ ਚੀਜ਼ ਦਾ। ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਦੇ ਆ। ਇੱਥੇ ਅਜਨਾਲਾ ਇਲਾਕੇ ਦੇ ਵਿੱਚ 25 ਦੀਵਾਨ ਸੀ, ਉੱਥੋਂ ਦਾ ਜਿਹੜਾ ਬਾਬਾ ਸੁੱਖਾ ਸਿੰਘ ਆ, ਅਸੀਂ ਫਲੈਕਸਾਂ ਲੱਗੀਆਂ ਵੇਖੀਆਂ ਤੇ ਅਸੀਂ ਵਿਰੋਧ ਕੀਤਾ। ਅਸੀਂ ਜਾ ਕੇ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹੀ, ਬਾਬਾ ਮੇਜਰ ਸਿੰਘ ਸਾਹਿਬ ਜੀ ਉਹਨਾਂ ਨੇ, ਜੇ ਇਹਦਾ ਦੀਵਾਨ ਲੱਗੇਗਾ ਤੇ ਅਸੀਂ ਵਿਰੋਧ ਕਰਨਾ। ਜੇ ਕੋਈ ਵੱਢ ਫੱਟ ਹੋਏਗੀ ਤੇ ਨੁਕਸਾਨ ਹੋਏਗਾ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ। ਉਹ ਡੇਰਾ ਉਹਦਾ ਪਰਸਨਲ ਡੇਰਾ ਹੈ, ਡੇਰੇ ਤੇ ਅਸੀਂ ਜਾਂਦੇ ਨਹੀਂ ਉਹਦੇ, ਕਿਉਂਕਿ ਅਸੀਂ ਇਹੋ ਜਿਹੇ ਬੰਦੇ ਦੇ ਹਮਲਾਵਰ ਨਹੀਂ, ਅਸੀਂ ਇਹੋ ਜਿਹੇ ਬੰਦੇ ਦੇ ਥੁੱਕਦੇ ਵੀ ਨਹੀਂ। ਮੈਂ ਸਿੱਧਾ ਤੁਹਾਨੂੰ ਦੱਸ ਦੇਵਾਂ, ਉਦਾਸ ਰਹਿਣਾ, ਕੋਈ ਰਾਹ ਲੱਭਣਾ ਨਾ, ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਬਹਿ ਕੇ ਰੋਂਦੇ ਰਹਿਣਾ ਕਿ ਮਹਾਰਾਜ ਸੱਚੇ ਪਾਤਸ਼ਾਹ ਵੀ ਇਹ ਕਿਸ ਕਿੱਦਾਂ ਦਾ ਖੇਡ ਵਰਤਾਤੀ ਸਾਡੇ ਤੇ। ਇੱਕ ਦਿਨ ਐਸਾ ਭਾਣਾ ਵਰਤਿਆ ਕਿ ਮੈਨੂੰ ਇੱਕ ਆਫਰ ਆ ਗਈ, ਮੈਂ ਫਤਿਆਬਾਦ ਡਿਊਟੀ ਕਰ ਲਈ। ਫਤਿਆਬਾਦ ਜਿਹੜਾ ਗੋਇੰਦਵਾਲ ਸਾਹਿਬ ਦੇ ਨਹੀਂ ਜੀ ਨਹੀਂ, ਜਿਹੜਾ ਉਧਰ ਹਰਿਆਣੇ ਵਾਲਾ ਫਤਿਆਬਾਦ। ਠੀਕ ਹੈ ਜੀ। ਮੈਨੂੰ 2800 ਰੁਪਏ ਤੇ ਕਥਾਵਾਚਕ ਰੱਖ ਲਿਆ। ਠੀਕ ਹੈ ਜੀ। ਉੱਥੇ ਸਤਿਗੁਰੂ ਨੇ ਇੱਕ ਐਸੀ ਵਿਧੀ ਬਣਾਈ, ਇੱਕ ਮਿੱਤਰ ਬਣ ਗਈ, ਇੱਕ ਭਾਪਿਆਂ ਦੀ ਲੜਕੀ। ਠੀਕ ਹੈ ਜੀ। ਉਹਨੇ ਮੇਰੀ ਇੰਨੀ ਸਪੋਰਟ ਕੀਤੀ ਵੀ ਉਹ ਕਰਜ਼ਾ ਸਾਰਾ ਉਹਨੇ ਹੀ ਲਾਤਾ। ਠੀਕ ਹੈ ਜੀ। ਮੈਂ ਕੇਸ ਸੀ ਜਿਹੜੇ ਉਹ ਵੀ ਮੇਰੇ ਬਰੀ ਹੋ ਗਏ, ਝੂਠੇ ਕੇਸ ਸੀ, ਸੱਚਾ ਕੋਈ ਨਹੀਂ ਸੀ। ਉਹ ਜਦੋਂ ਉਹਨਾਂ ਨੇ ਮੇਰਾ ਪਿਸਤੌਲ ਜਿਹੜੇ ਮੇਰੇ ਤੇ ਪਾਇਆ ਸੀ, ਅਦਾਲਤ 'ਚ ਪੇਸ਼ ਕੀਤਾ, ਮੈਨੂੰ ਵਕੀਲ ਕਹਿੰਦਾ ਵੀ ਤੂੰ ਉਹ ਪਿਸਤੌਲ ਅਦਾਲਤ ਦੇ ਸਾਹਮਣੇ ਖਿਲਾਉਣਾ ਹੈ। ਜਦੋਂ ਮੈਂ ਖਿਲਾਇਆ, ਉਹਨਾਂ ਨੇ 32 ਬੋਰ ਦਾ ਪਾਇਆ ਸੀ ਤੇ ਜਦੋਂ ਖੋਲਿਆ ਤੇ ਉਹ ਕਹਿਰ ਨਾਲੀ ਟੁੱਟਾ, ਨਾਲੀ ਵੱਖਰੀ ਤੇ ਮੁੱਠਾ ਜਿਹਾ ਵੱਖਰਾ 12 ਬੋਰ ਦਾ ਨਿਕਲਿਆ। ਤੇ ਮੈਨੂੰ ਉੱਥੇ ਰੌਲਾ ਪਾਉਣਾ, ਜਿਵੇਂ ਮੈਨੂੰ ਵਕੀਲ ਨੇ ਕਿਹਾ ਸੀ ਵੀ ਰੌਲਾ ਪਾ ਦੀ, ਤੇ ਮੈਂ ਉੱਥੇ ਰੌਲਾ ਪਾ ਦਿੱਤਾ ਵੀ ਮੇਰਾ ਤਾਂ ਪਿਸਤੌਲ ਬੜਾ ਵਧੀਆ ਸੀ, ਮੇਰਾ ਤਾਂ ਪਿਸਤੌਲ ਬੜਾ ਵਧੀਆ ਸੀ। ਉਹ ਜਿਹੜਾ ਥਾਣੇਦਾਰ ਜਿਹਨੇ ਗਵਾਹ ਬਣਿਆ ਨਾ, ਜਿਹਨੇ ਕਿਹਾ ਸੀ ਵੀ ਮੈਂ ਫੜਿਆ, ਪੇਸ਼ ਕੀਤਾ, ਉਹ ਆਪੇ ਕਹਿੰਦਾ ਕਿਉਂ ਝੂਠ ਬੋਲੀ ਜਾਣਾ, ਤੇਰੇ ਕੋਲ ਤਾਂ ਫੜਿਆ ਹੀ ਕੁਛ ਨਹੀਂ। ਉਹ ਮੇਰਾ ਕੇਸ ਬਰੀ ਹੋ ਗਿਆ। ਹਾਂਜੀ, ਕਿਉਂ ਕਹਿੰਦਾ ਤੂੰ ਝੂਠ ਬੋਲੀ ਜਾਣਾ, ਤੇ ਕਹਿੰਦਾ ਤੇਰੇ ਕੋਲ ਤਾਂ ਫੜਿਆ ਕੁਛ ਨਹੀਂ ਗਾ। ਤੇ ਮੈਂ ਕਿਹਾ ਫਿਰ ਉਹ ਵਕੀਲ ਪੁਆਇੰਟ ਫੜ ਗਿਆ, ਕਹਿਣ ਲੱਗਾ ਵੀ ਆਹ ਕਿੱਥੋਂ ਲਿਆਂਦਾ। ਫਿਰ ਉਹਨੇ ਫਿਰ ਨੀਵੀਂ ਪਾ ਲਈ, ਉਹਨੂੰ ਵਾਹਵਾ ਮੁੜ ਕੇ ਉਹਨੇ ਜੱਜ ਨੇ ਲਾਹਨਤਾਂ ਪਾ ਕੇ ਤੇ ਸਾਡਾ ਕੇਸ ਬਰੀ ਕਰਤਾ। ਉਹ ਸਾਰੇ ਬਰੀ ਹੋ ਗਏ। ਉਹ ਕੇਸਾਂ ਦੇ ਵਿੱਚ ਵੀ ਮੇਰੀ ਬੜੀ ਸਪੋਰਟ ਕੀਤੀ, ਤਗੜਾ ਵਕੀਲ ਕਰਕੇ ਦਿੱਤਾ ਉਸ ਲੜਕੀ ਨੇ, ਤੇ ਪੈਸਾ ਵੀ ਮੇਰਾ ਲਵਾਤਾ ਸਾਰਾ। ਚਲੋ ਜੀ, ਉਸ ਤੋਂ ਬਾਅਦ ਮੈਂ ਸੁਰਖਰੂ ਜਿਹਾ ਹੋ ਗਿਆ। ਅਸੀਂ ਥਾਂ ਸਾਡਾ ਜਿਹੜਾ ਸੀ ਉਹ 35000 ਦਾ ਬਾਣੀਏ ਨੇ ਖਰੀਦਿਆ ਸੀਗਾ। ਠੀਕ ਹੈ ਜੀ। ਤੇ ਮੈਂ ਕਿਹਾ ਵੀ ਉਹ ਵਾਪਸ ਲੈਣਾ, ਤੇ ਬਾਣੀਆ ਕਹਿੰਦਾ ਲੱਖ ਦਾ ਦਊਂਗਾ। ਤੇ ਮੈਂ ਕਿਹਾ ਵੀ ਲੱਖ ਹੀ ਮਿਲ ਜੂਗਾ। ਉਹਨੂੰ ਲੱਖ ਰੁਪਈਆ ਭਰ ਕੇ ਅਸੀਂ ਉਹ ਥਾਂ ਵਾਪਸ ਲੈ ਲਿਆ। ਠੀਕ ਹੈ ਜੀ। ਤੇ ਸਾਡੇ ਕੋਲ ਮਹਾਰਾਜ ਦਾ ਸਰੂਪ ਆ, ਜਿਹੜਾ ਮੇਰੇ ਦਾਦਾ ਜੀ ਹੁਣੀ ਪਾਕਿਸਤਾਨੋਂ ਲਿਆਏ ਸੀ, ਅੱਜ ਵੀ ਸਾਡੇ ਕੋਲ ਆ। ਠੀਕ ਹੈ ਜੀ। ਤੇ ਉਹ ਸਰੂਪ ਅਸੀਂ ਹਮੇਸ਼ਾ ਘਰੇ ਰੱਖਿਆ, ਅੱਜ ਵੀ ਸਾਡੇ ਘਰੇ ਆ। ਠੀਕ ਹੈ ਜੀ। ਉਹ ਅਸੀਂ ਫਿਰ ਘਰ 'ਚ ਪ੍ਰਕਾਸ਼ ਕਰ ਲਿਆ, ਤੇ ਗੁਰੂ ਦੀ ਕਿਰਪਾ ਦੇ ਨਾਲ ਫਿਰ ਮੈਨੂੰ ਪੂਨੇ ਤੋਂ ਆਫਰ ਆ ਗਈ। ਜਦੋਂ ਪੂਨੇ ਤੋਂ ਆਫਰ ਆ ਗਈ ਤੇ ਮੈਨੂੰ ਕੁਛ ਜ਼ਿੰਦਗੀ ਦੀ ਉਮੀਦ ਦਿਸੀ, ਤੇ ਮੈਂ ਉੱਥੇ ਜਾ ਕੇ ਡਿਊਟੀ ਕੀਤੀ। ਉਸ ਤੋਂ ਪਹਿਲਾਂ ਮੈਂ ਕਿੱਥੇ ਕਿੱਥੇ ਵਿਚਰਿਆ, ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ। ਹਾਂਜੀ ਹਾਂਜੀ। ਵੀ ਜਿਵੇਂ ਮੈਂ ਜਿਹੜੇ ਦਾਸੀ ਖਾੜੇ ਵਾਲੇ ਆ, ਮੈਂ ਉਹਨਾਂ ਵਿੱਚ ਵੀ ਗਿਆ। ਠੀਕ ਹੈ ਜੀ। ਕਿਉਂਕਿ ਜਿਹੜੇ ਜਦੋਂ ਮੈਂ ਘਰੇ ਉਹਨਾਂ ਵਿਦਵਾਨਾਂ ਨੂੰ ਸੁਣਦਾ ਹੁੰਦਾ ਸੀ ਨਾ, ਨਿੱਕਾ ਹੁੰਦਾ, ਭਈ ਉਹ ਦੱਸਦੇ ਸੀ ਫਲਾਣੇ ਮੈਂ ਮਹਾਂਪੁਰਸ਼ਾਂ ਤੋਂ ਪੜ੍ਹਿਆ,
ਫਲਾਣੇ ਦਾਸੀ ਸਿਖਾੜੇ 'ਚੋਂ ਪੜ੍ਹਿਆ। ਤੇ ਮੇਰੇ ਮਨ 'ਚ ਖਿਆਲ ਆ ਗਿਆ ਵੀ ਦਮਦਮੀ ਟਕਸਾਲ 'ਚੋਂ ਤਾਂ ਗਿਆ ਆਪਣਾ ਕੰਮ, ਵੀ ਉਹ ਆ ਹੋ ਗਿਆ ਵੀ ਸੰਤ ਮਹਾਂਪੁਰਸ਼ ਜਿਹੜੇ ਬਾਬਾ ਠਾਕੁਰ ਸਿੰਘ ਜੀ ਉਹ ਸਾਨੂੰ ਉੱਥੇ ਰੱਖਦੇ ਨਹੀਂ ਤੇ ਆਪਾਂ ਕਿਸੇ ਡੇਰੇ ਡੂਰੇ 'ਚ ਪੜ੍ਹ ਲਈਏ। ਤੇ ਮੈਂ ਦਾਸੀ ਖਾੜੇ ਚਲਾ ਗਿਆ। ਠੀਕ ਹੈ ਜੀ। ਤੇ ਮੈਂ ਉੱਥੇ ਵਿੱਚ ਰਹਿ ਕੇ ਮੈਂ ਸੋਚਿਆ, ਮੈਂ ਕਿਹਾ ਚੱਲ ਦਵਾਈਆਂ ਬੂਟੀਆਂ ਵੀ ਮੈਨੂੰ ਗਿਆਨੀ ਮਾਨ ਸਿੰਘ ਜੀ ਝੌਰ ਜਿਹੜੇ ਸੀ ਉਹਨਾਂ ਤੋਂ ਮੈਂ ਪੜ੍ਹਿਆ ਵੀ ਦਾਸੀ ਖਾੜੇ 'ਚੋਂ ਦਵਾਈਆਂ ਬੂਟੀਆਂ ਵੀ ਮੈਂ ਸਿੱਖੀਆਂ। ਇੱਕ ਉਹਨਾਂ ਨੇ ਸੁਣਾਈ ਸੀ ਗੱਲ ਵੀ ਇੱਕ ਲਵੇਰੀ ਵਿਦਿਆ ਤੇ ਇੱਕ ਦੂਜੀ ਵਿਦਿਆ, ਉਹ ਲੰਬੀ ਸਟੋਰੀ ਆ। ਠੀਕ ਹੈ ਜੀ। ਤੇ ਮੈਂ ਕਿਹਾ ਆਪਾਂ ਦੋਵੇਂ ਸਿੱਖਾਂਗੇ। ਪਰ ਉਹ ਸੰਤ ਜਿਹੜਾ ਸੀਗਾ ਨਾ ਉਹਨੇ ਮੈਨੂੰ ਕੰਮ ਹੀ ਲਾ ਛੱਡਣਾ। ਜਦੋਂ ਕੰਮ ਹੀ ਲਾ, ਚਰਨਦਾਸ ਉਹਦਾ ਨਾਂ ਸੀ, ਕੰਮ ਹੀ ਲਾ ਛੱਡਣਾ। ਤੇ ਇੱਕ ਦਿਨ ਮੈਂ 6-7 ਮਹੀਨਿਆਂ ਬਾਅਦ ਮੈਂ ਫੈਸਲਾ ਕਰ ਲਿਆ ਮੈਂ ਇਹਨੇ ਪੜਾਉਣਾ ਕੁਛ ਨਹੀਂ ਗਾ। ਉਹਨੂੰ ਮੈਂ ਇਹ ਗੱਲ ਕਹੀ, ਮੈਂ ਕਿਹਾ ਵੀ ਅੱਜ ਮੈਂ ਮਨ 'ਚ ਫੈਸਲਾ ਕਰ ਲਿਆ ਵੀ ਅੱਜ ਆਪਾਂ ਚਲੇ ਜਾਣਾ, ਪਰ ਜਾਈਏ ਕਿੱਦਾਂ। ਉਹ ਦੋ ਬੀਬੀਆਂ ਆ ਗਈਆਂ ਤੇ ਮੈਨੂੰ ਉਹਨੇ ਕਮੰਡਲ ਤਾਂਬੇ ਦਾ ਸੀ ਤੇ ਮੈਨੂੰ ਕਹਿੰਦਾ ਇਹਨੂੰ ਮਾਂਜ ਕੇ ਲਿਆ। ਮੈਂ ਫਟਾਫਟ ਉਹਨੂੰ ਮਾਂਜ ਕੇ ਨਿੰਬੂ ਨੰਬੂ ਜਿਹਦੇ ਨਾਲ ਲਸ਼ਕਾ ਕੇ ਰੱਖਤਾ। ਉਦੋਂ ਬਾਅਦ ਫਿਰ ਕਹਿੰਦਾ ਮਾਂਜ ਕੇ ਲਿਆ। ਮੈਂ ਵੇਰ ਗਿਆ, ਮੈਂ ਕਿਹਾ ਮਾਂਜਿਆ ਤਾਂ ਹੈਗਾ, ਵਧੀਆ ਤੇ ਸਾਫ਼ ਕੀਤਾ। ਤੇ ਉਹ ਲੱਗ ਪਿਆ ਸਿੱਖਿਆ ਤੇ ਨਹੀਂ, ਮਹਾਂਪੁਰਸ਼ਾਂ ਦੇ ਅੱਗੋਂ ਸੰਤਾਂ ਦੇ ਅੱਗੋਂ ਬਚਨ ਨਹੀਂ ਕਰੀਦੇ, ਸੰਤਾਂ ਦੀ ਸੇਵਾ ਦਾ ਉਹ ਫਲ, ਸੰਤਾਂ ਦੀ ਸੇਵਾ ਦਾ ਆਹ ਫਲ। ਤੇ ਮੈਂ ਫਿਰ ਉਹਨੂੰ ਆਖਿਆ, ਮੈਂ ਕਿਹਾ ਵੀ ਸੰਤ ਜੀ ਤੁਸੀਂ ਕਿਹੜੀ ਸੰਪਰਦਾ ਦੇ ਜੀ? ਕਹਿੰਦਾ ਅਸੀਂ ਦਾਸੀ ਖਾੜੇ। ਕਿਹਨੂੰ ਮੰਨਦੇ ਜੀ? ਬਾਬਾ ਸ੍ਰੀ ਚੰਦ ਨੂੰ। ਮੈਂ ਕਿਹਾ ਮੇਰੇ ਬਾਰੇ ਨਹੀਂ ਜਾਣਦੇ ਤੁਸੀਂ ਮੈਂ ਕੌਣ ਹੈ? ਕਹਿੰਦਾ ਕੌਣ ਹੈ? ਮੈਂ ਕਿਹਾ ਮੈਂ ਗੁਰੂ ਨਾਨਕ ਦਾ ਸਿੱਖ, ਗੁਰੂ ਨਾਨਕ ਦਾ ਪੁੱਤਰ, ਗੁਰੂ ਕਾ ਬੇਟਾ। ਤੇ ਜਿਹੜਾ ਬਾਬਾ ਸ੍ਰੀ ਚੰਦ ਆ ਉਹ ਗੁਰੂ ਨਾਨਕ ਦਾ ਵੱਡਾ ਪੁੱਤਰ, ਮੈਂ ਛੋਟਾ ਪੁੱਤਰ। ਤੇ ਤੁਹਾਡਾ ਗੁਰੂ ਨਾਨਕ, ਮੇਰਾ ਗੁਰੂ ਨਾਨਕ ਪਿਤਾ ਤੇ ਤੁਹਾਡਾ ਗੁਰੂ ਬਾਬਾ ਸ੍ਰੀ ਚੰਦ ਪਿਤਾ, ਤੇ ਸ੍ਰੀ ਚੰਦ ਮੇਰਾ ਭਰਾ। ਤੇ ਇਸ ਤਰ੍ਹਾਂ ਕਰਕੇ ਮੈਂ ਰਿਸ਼ਤੇ ਤੁਹਾਡਾ ਚਾਚਾ ਲੱਗਦਾ। ਤੇ ਤੁਸੀਂ ਸਾਧੂ ਜੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਚਾਚੇ ਕੋਲੋਂ ਸੇਵਾ ਕਰਾਉਂਦੇ ਜੀ? ਉਹਨੇ ਕਿਤੇ ਜੇਬ 'ਚ ਹੱਥ ਮਾਰਿਆ ਤੇ ਕੱਢੇ ਪੈਸੇ, ਮੈਨੂੰ ਕਹਿੰਦਾ ਆਲੇ ਤੂੰ ਚਾਚਾ ਨਹੀਂ ਲੱਗਦਾ, ਤੁਹਾਡਾ ਬਾਪ ਲੱਗਦਾ, ਨਿਕਲ ਜਾ ਕਹਿੰਦਾ ਇੱਥੋਂ। ਤੇ ਮੈਂ ਵੀ ਇਹੋ ਚਾਹੁੰਦਾ ਸੀਗਾ। ਮੈਂ ਉਹ ਪੈਸੇ ਪਾਏ ਜੇਬ 'ਚ ਤੇ ਕਿਰਾਇਆ ਲਾਇਆ ਤੇ ਘਰੇ ਚਲੇ ਗਿਆ। ਉਦੋਂ ਬਾਅਦ ਮੈਂ ਇੱਕ ਗ੍ਰੰਥ ਸੀਗਾ ਦਇਆ ਸਿੰਘ ਆਰਫ। ਠੀਕ ਹੈ ਜੀ। ਉਹਦੇ 3 ਗ੍ਰੰਥ 3 ਭਾਗ ਨੇ, ਇੱਕ ਦਸਮ ਪ੍ਰਕਾਸ਼ ਤੇ ਇੱਕ ਬੰਦਾ ਸਿੰਘ ਬਹਾਦਰ ਤੇ ਇੱਕ ਰਾਜ ਖਾਲਸਾ। ਉਹਦੇ ਵਿੱਚ ਮੈਂ ਪੜ੍ਹਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ 5 ਸਿੰਘ ਭੇਜੇ ਸੀ ਕਾਸ਼ੀ ਪੜ੍ਹਨ ਲਈ। ਠੀਕ ਹੈ ਜੀ। ਉਹ ਨਿਰਮਲਾ ਪੰਥ ਵੱਜਿਆ। ਬਾਅਦ ਵਿੱਚ ਮੈਨੂੰ ਪਤਾ ਲੱਗਾ ਵੀ ਇਹ ਨਿਰਮਲਾ ਪੰਥ ਤੇ ਪਟਿਆਲੀਆਂ ਨੇ ਬਣਾਇਆ। ਝੂਠ ਇਤਿਹਾਸ ਵਿੱਚ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਨੇ ਬਣਾਇਆ। ਪਰ ਉਦੋਂ ਮੈਨੂੰ ਇਸ ਚੀਜ਼ ਦੀ ਸੋਚ ਹੀ ਨਹੀਂ ਸੀ। ਮੈਂ ਕਿਹਾ ਵੀ ਲੈ ਜਿਹੜੇ ਕਾਸ਼ੀ ਪੜ੍ਹ ਕੇ ਆਏ ਨਾ ਆਪਾਂ ਉਹਨਾਂ ਤੋਂ ਪੜਾਂਗੇ ਤੇ ਚੰਗੀ ਵਿਦਿਆ। ਮੈਂ ਮਤਲਬ ਵਿਦਵਾਨ ਬਣਨਾ ਚਾਹੁੰਦਾ ਸੀ। ਮੈਂ ਜਦੋਂ ਬਚਪਨ ਦੇ ਵਿੱਚ ਮੇਰੇ ਦਿਮਾਗ 'ਚ ਭਰਿਆ ਗਿਆ ਸੀ ਨਾ, ਚੋਟੀ ਦੇ ਵਿਦਵਾਨ ਵੇਖੀਦੇ ਸੀ ਜਿਹੜੇ ਮਾਨ ਸਿੰਘ ਝੌਰ ਵਰਗੇ, ਤੇ ਮੇਰਾ ਮਨ ਸੀ ਵੀ ਮੈਂ ਇਦਾਂ ਦਾ ਵਿਦਵਾਨ ਬਣਨਾ। ਤੇ ਮੈਂ ਨਿਰਮਲਿਆ 'ਚ ਵੀ ਚਲ ਗਿਆ। ਉੱਥੇ ਵੀ ਮੈਂ ਵੇਖਿਆ, ਪਰ ਮੇਰੇ ਨਾਲ ਤਾਂ ਨਹੀਂ ਹੋਇਆ ਜਾਤੀ ਵਿਤਕਰਾ, ਪਰ ਮੈਂ ਵੇਖਦਾ ਰਿਹਾ ਵੀ ਉੱਥੇ ਵੀ ਜਾਤੀ ਵਿਤਕਰਾ। ਠੀਕ ਹੈ ਜੀ। ਜਿਹੜੇ ਗਰੀਬ ਸਿੱਖਾਂ ਦੇ ਬੱਚੇ ਆ ਨਾ, ਉਹਨਾਂ ਤੇ ਜੇ ਪਹਿਲੀ ਗੱਲ ਤਾਂ ਭਰਤੀ ਨਹੀਂ ਕਰਦੇ ਉਹ, ਜੇ ਭਰਤੀ ਕਰਦੇ ਉਹਨਾਂ ਨੂੰ ਪਤਾ ਲੱਗ ਜਾਵੇ ਤਾਂ ਉਹਨਾਂ ਨੂੰ ਸਿਖਾਉਂਦੇ ਕੁਛ ਨਹੀਂ, ਉਹਨਾਂ ਤੋਂ ਕੰਮ ਹੀ ਕਰਾਈ ਜਾਂਦੇ ਨੇ। ਵੀ ਮੇਰਾ ਤੇ ਇਹਨਾਂ ਦਬਦਬਾ ਸੀ ਵੀ ਮੈਂ ਖਾੜਕੂਵਾਦ 'ਚ ਸੀ ਤੇ ਵੀ ਇਹ ਖਾੜਕੂ ਆ, ਇਸ ਕਰਕੇ ਉਹ ਕਰਦੇ ਨਹੀਂ ਸੀਗੇ, ਪਰ ਦੂਜਿਆਂ ਨਾਲ ਜ਼ਰੂਰ ਕਰਦੇ ਸੀ। ਜਦੋਂ ਮੈਂ ਵਿੱਚ ਰਹਿ ਕੇ ਵੇਖਿਆ ਮੈਨੂੰ ਪਤਾ ਲੱਗਾ ਵੀ ਇਹ ਸਾਰਾ ਡੰਬਰ ਆ, ਮੈਂ ਉੱਥੋਂ ਵੀ ਚਲਾ ਗਿਆ। ਫਿਰ ਉਦੋਂ ਬਾਅਦ ਫਿਰ ਮੈਂ ਨਿਹੰਗਾ ਸਿੰਘਾਂ 'ਚ ਗਿਆ। ਠੀਕ ਹੈ। ਨਿਹੰਗਾ ਸਿੰਘਾਂ 'ਚ ਫਿਰ ਉੱਥੇ ਇੱਕ ਜਹੇਦਾਰ ਬਾਬਾ ਬਲਕਾਰ ਸਿੰਘ ਦਾ ਮਿਸਲ ਬਾਬਾ ਵੀਰ ਸਿੰਘ, ਜਿਨ੍ਹਾਂ ਦੇ ਅੱਜ ਮੁਖੀ ਜਹੇਦਾਰ ਬਾਬਾ ਮੇਜਰ ਸਿੰਘ ਸੋਢੀ ਆ। ਠੀਕ ਹੈ ਜੀ। ਮੈਨੂੰ ਲੁਧਿਆਣੇ ਮੈਨੂੰ ਸਰਦਾਰ ਬੂਟਾ ਸਿੰਘ ਨੇ ਕਿਹਾ ਵੀ ਉੱਥੇ ਚੱਲ ਜਾ। ਤੇ ਉੱਥੇ ਮੈਂ ਪੁਲਿਸ ਤੋਂ ਬਚਣ ਵਾਸਤੇ ਗਿਆ, ਨਾਲੇ ਬਚਾਂਗੇ। ਉੱਥੇ ਰਹਿ ਕੇ ਫਿਰ ਮੈਂ ਜਹੇਦਾਰ ਬਾਬਾ ਸੁੱਚਾ ਸਿੰਘ ਜੀ ਸ਼ਹੀਦ, ਉਹਦੇ ਕੋਲੋਂ ਮੈਂ ਵਿਦਿਆ ਪੜ੍ਹੀ। ਠੀਕ ਹੈ ਜੀ। ਸ਼ਸਤਰ ਵਿਦਿਆ ਸਿੱਖੀ, ਘੋੜ ਦੌੜ ਸਿੱਖੀ, ਗੁਰਬਾਣੀ ਦੀ ਸੰਥਿਆ ਲਈ, ਕਥਾ ਸਿੱਖੀ। ਤੇ ਉਦੋਂ ਬਾਅਦ ਫਿਰ ਮੈਂ ਜਿਹੜੀ ਸਟੋਰੀ ਤੁਹਾਨੂੰ ਦੱਸੀ ਆ ਵੀ ਮੈਂ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਰਿਹਾ ਤੇ ਕਿੱਦਾਂ ਇੱਦਾਂ ਮੈਂ ਪੜ੍ਹਿਆ। ਠੀਕ ਹੈ ਜੀ। ਜੇਲ੍ਹ 'ਚੋਂ ਬਾਹਰ ਆ ਕੇ ਉਹ ਮੈਂ ਦੱਸ ਦਿੱਤਾ ਤੁਹਾਨੂੰ ਵੀ ਫਤਿਆਬਾਦ ਗਿਆ ਸੀ। ਫਿਰ ਮੈਂ ਸਿੰਘ ਸਭਾ ਡੱਬ ਵਾਲੀ ਰਿਹਾ, ਡਿਊਟੀ ਕਰਦਾ। ਫਿਰ ਮੈਨੂੰ ਡੱਬ ਵਾਲੀ ਤੋਂ ਜਦੋਂ ਮੈਂ ਡਿਊਟੀ ਕਰਦਾ ਸੀ ਆਫਰ ਆਈ ਪੂਨੇ ਦੀ। ਠੀਕ ਹੈ ਜੀ। ਪੂਨੇ ਦੀ ਆਫਰ ਆਈ ਤੇ ਉੱਥੇ ਮੈਨੂੰ ਉਹਨਾਂ ਨੇ ਕਥਾ ਕਰਨ ਵਾਸਤੇ ਸੱਦਿਆ ਵੀ ਤੈਨੂੰ 21,000 ਦੇਵਾਂਗੇ ਮਹੀਨੇ ਦਾ। ਠੀਕ ਹੈ ਜੀ। ਤੇ ਚਲੋ ਮੈਂ ਚਲਾ ਗਿਆ ਤੇ ਇੱਕ ਮਹੀਨਾ ਕਥਾ ਕਰਾ ਕੇ ਕਹਿੰਦੇ 1 ਮਹੀਨਾ ਹੋਰ ਰੁਕੋ, 1 ਮਹੀਨਾ ਹੋਰ ਰੁਕੋ, ਇੱਦਾਂ ਕਰਦਾ ਕਰਦਾ ਮੈਨੂੰ ਵੀ ਪੈਸਿਆਂ ਦੀ ਲੋੜ ਸੀ, ਲਾਲਚ ਸੀ ਵੀ ਯਾਰ ਮਹੀਨੇ ਦਾ। ਉਦੋਂ ਮਹੀਨੇ ਦੀ ਤਨਖਾਹ ਉੱਥੇ 4,000 ਰੁਪਇਆ ਹੈਡ ਗ੍ਰੰਥੀ ਦੀ ਸੀ ਜੀ ਮਹੀਨੇ ਦੀ, ਤਾਂ ਮੈਨੂੰ 21,000 ਰੁਪਇਆ ਮਿਲਦਾ ਸੀ। ਨਾਲੇ ਮੈਨੂੰ ਕਥਾ ਦੇ ਪੈਸੇ ਉੱਤੋਂ ਸੰਗਤ ਬੜਾ ਦਿੰਦੀ ਸੀ ਤੇ ਮੈਨੂੰ ਸੀ ਵੀ ਮੇਰਾ ਜਿਹੜਾ ਕੋਡ ਨਿਕਲ ਜੂਗਾ, ਜਿਹੜਾ ਮੇਰਾ ਟੁੱਟਿਆ ਨਾ ਮੇਰੇ ਬੱਚੇ ਨਿਕਲ ਗਏ, ਸਰਕਲ ਸਹੀ ਹੋ ਜੀ। ਤੇ ਮੈਂ ਕਰੀ ਗਿਆ। 11 ਮਹੀਨਿਆਂ ਬਾਅਦ ਮੈਂ ਕਿਹਾ ਮੈਂ ਜਾਣਾ ਜੀ, ਮੈਂ ਨਹੀਂ ਹੁਣ ਰਹਿਣਾ। ਫਿਰ ਉਹ ਕਹਿੰਦੇ ਤੁਸੀਂ ਪਰਮਾਨੈਂਟ ਰਹੋ। ਜਦੋਂ ਪਰਮਾਨੈਂਟ ਰਹੋ ਤੇ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਜਾਣਾ, ਮੈਂ ਰਹਿਣਾ, ਮੈਂ ਪੰਜਾਬ ਜਾਣਾ। ਮੇਰੇ ਬੱਚੇ ਆ ਪਿੱਛੇ, ਮੈਂ ਬੱਚੇ ਪੜ੍ਹਾਉਣੇ ਆ। ਉਹ ਫਿਰ ਮੈਨੂੰ ਸਮਝਾਉਣ ਲੱਗ ਪਏ ਵੀ ਗਿਆਨੀ ਜੀ ਇੱਥੇ ਬਾਹਰਲੇ ਮੁਲਕੋਂ ਆਉਂਦੇ ਬੱਚੇ ਪੜ੍ਹਾਉਣ, ਲੋਕ ਬਾਹਰਲੇ ਮੁਲਕ ਦੇ ਆਉਂਦੇ ਆ, ਤੁਸੀਂ ਇੱਥੇ ਪੜ੍ਹਾਓ ਤੇ ਤੁਹਾਡਾ ਸਾਰਾ ਬੱਚਿਆਂ ਦੀ ਪੜ੍ਹਾਈ ਅਸੀਂ ਕਰਾਵਾਂਗੇ। ਉਹਨਾਂ ਨੇ ਫਿਰ ਮੇਰੇ ਨਾਲ ਬਚਨ ਕੀਤੇ, ਕਹਿੰਦੇ ਭਾਵੇਂ ਲਿਖ ਕੇ ਲੈ ਲਓ, ਤੁਹਾਡੇ ਬੱਚੇ ਜਿਹੜੀ ਮਰਜ਼ੀ ਪੜ੍ਹਾਈ ਚੁਣ ਲੈਣ
ਤੇ ਸਟੈਂਡਰਡ ਦੇ ਸਕੂਲ 'ਚ ਕਰਾਵਾਂਗੇ, ਮਾੜੇ ਮੋਟੇ ਸਕੂਲ 'ਚ ਨਹੀਂ ਕਰਾਵਾਂਗੇ। ਜੀ ਇੰਗਲਿਸ਼ ਮੀਡੀਅਮ ਪੜ੍ਹਾਵਾਂਗੇ। ਤੁਹਾਡੇ ਕਿੰਨੇ ਬੱਚੇ? ਮੈਂ ਕਿਹਾ ਜੀ 3 ਬੱਚੇ ਆ। ਕਹਿੰਦੇ ਤਿੰਨਾਂ ਨੂੰ ਹੀ ਪੜ੍ਹਾਵਾਂਗੇ, ਹੋਰ ਵੀ ਕੋਈ ਬੱਚਾ ਪੜ੍ਹਾਉਣਾ ਹੋਇਆ ਤਾਂ ਪੜ੍ਹਾਵਾਂਗੇ, ਠੀਕ ਹੈ ਜੀ। ਤੇ ਤੁਹਾਨੂੰ ਅਸੀਂ ਉੱਥੇ ਪੜ੍ਹਾਵਾਂਗੇ। ਚਲੋ ਜੀ, ਮੇਰੇ ਮਨ 'ਚ ਵੀ ਇੱਕ ਨਾ ਮਤਲਬ ਵੀ ਖਾਬ ਸੀ ਮੇਰਾ, ਉਹ ਟੁੱਟ ਚੁੱਕਾ ਸੀ ਵੀ ਮੈਂ ਸੀ ਵੀ ਬੱਚੇ ਮੈਂ ਉੱਚ ਕੋਟੀ ਦੀ ਵਿੱਦਿਆ ਦੇਣੀ ਹੈ। ਤੇ ਪਰ ਉਹ ਟੁੱਟ ਚੁੱਕਾ ਸੀ ਵੀ 10 ਲੱਖ ਕਰਜ਼ਾ ਸੀਗਾ, ਘਰ-ਬਾਰ ਬਰਬਾਦ ਸੀ, ਵੀ ਮੈਂ ਕਿੱਦਾਂ ਦੇਵਾਂਗਾ। ਪਰ ਉਹ ਮੇਰੀ ਉਮੀਦ ਵੱਜ ਗਈ ਦੁਬਾਰਾ ਵੀ ਬਈ ਮੈਂ ਸੋਚਿਆ, ਮੈਂ ਕਿਹਾ ਵੀ ਮਨਾ ਤੂੰ ਬੱਚੇ ਪੜ੍ਹਾ ਨਹੀਂ ਸਕਦਾ, ਇੱਥੇ ਤੇਰੀ ਔਕਾਤ ਨਹੀਂ ਹੈਗੀ। ਤੇ ਉੱਥੇ ਇੱਕ ਅੰਮ੍ਰਿਤਸਰ ਤੋਂ ਬੀਬੀ ਸਾਡੇ ਕੋਲ ਆਉਂਦੀ ਹੁੰਦੀ ਸੀ ਜੀ, ਉਹਦੀ ਇੱਕ ਕੁੜੀ ਪੜ੍ਹਦੀ ਸੀਗੀ ਤੇ ਉਹਨੇ ਸਾਡੇ ਕੋਲ 5-5 4-4 ਦਿਨ ਰਹਿਣਾ, ਜੱਟ ਭਾਈਚਾਰੇ ਸੋ ਸੀ। ਉਹਨੇ ਦੱਸਣਾ, ਕਹਿੰਦੀ ਬਾਬਾ ਜੀ ਮੇਰੀ ਕੁੜੀ ਪੜ੍ਹਦੀ ਆ, ਮੇਰੀ ਕੁੜੀ ਪੜ੍ਹਾਉਂਦੀ ਦੇ 10 ਕਿੱਲੇ ਜ਼ਮੀਨ ਵੇਚੀ ਆ। ਤੇ ਮੈਂ ਉਦੋਂ ਵੀ ਰੱਬ ਦਾ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਦਾ ਕਰਨਾ ਵੀ ਸੱਚੇ ਪਾਤਸ਼ਾਹ ਜੇ ਤੂੰ ਨਾ ਬਾਂਹ ਫੜਦਾ ਤੇ ਮੇਰੀ ਔਕਾਤ ਨਹੀਂ ਸੀ, ਮੈਂ ਇੱਥੇ ਪੜ੍ਹਾ ਲੈਂਦਾ ਪੂਨੇ 'ਚ। ਜ਼ਮੀਨਾਂ ਵਿਕ ਜਾਂਦੀਆਂ ਪੂਨੇ ਪੜ੍ਹਾਉਂਦਿਆਂ ਦੀਆਂ, ਤੇ ਤੇਰੇ ਬੱਚੇ ਫ੍ਰੀ ਪੜ੍ਹਨ ਦੇ ਆ। ਤੇ ਫਿਰ ਕਮੇਟੀ ਨੇ ਇਹ ਕਿਹਾ ਸੀਗਾ ਵੀ ਜਿੱਦਾਂ ਦੀ ਪੜ੍ਹਾਈ ਚਾਹਣਗੇ। ਇੱਕ ਮੇਰੇ ਬੇਟੇ ਨੇ ਆਪਣੀ ਹੋਟਲ ਮੈਨੇਜਮੈਂਟ ਕੀਤੀ, ਠੀਕ ਹੈ ਜੀ, ਔਰ ਪੂਨਾ ਕਾਲਜ ਆ, ਪੂਨਾ ਯੂਨੀਵਰਸਿਟੀ, ਠੀਕ ਹੈ ਜੀ, ਉਹ ਟੌਪ ਤੇ ਆ ਪੂਨੇ ਦੇ ਵਿੱਚ, ਜੀ, ਪੂਰੇ ਮਹਾਰਾਸ਼ਟਰ 'ਚੋਂ ਟੌਪ ਆ ਪੂਨਾ ਯੂਨੀਵਰਸਿਟੀ। ਠੀਕ ਹੈ ਜੀ, ਪੂਨਾ ਯੂਨੀਵਰਸਿਟੀ ਵਿੱਚੋਂ ਉਹਨੇ ਹੋਟਲ ਮੈਨੇਜਮੈਂਟ ਦੀ ਡਿਗਰੀ ਕੀਤੀ ਆ, ਮਾਸਟਰ ਡਿਗਰੀ ਆ ਉਹਦੇ ਕੋਲ। ਫਿਰ ਮੇਰੀ ਬੇਟੀ ਨੇ ਸਵਿਟਜ਼ਰਲੈਂਡ ਅਕੈਡਮੀ ਦੇ ਵਿੱਚੋਂ ਪਲਾਸਟਿਕ ਸਰਜਰੀ, ਜਿਹੜੀ ਚਿਹਰੇ ਚੂਰੇ ਤੇ ਮੇਕਅਪ ਕਰਦੇ ਆ, ਉਹ ਡਾਕਟਰੀ ਕੀਤੀ ਆ, ਉਹਦੇ ਕੋਲ ਵੀ ਮਾਸਟਰ ਡਿਗਰੀ ਆ। ਫਿਰ ਉੱਥੇ ਇੱਕ ਹੈਗਾ ਏ ਪੂਨਾ ਕਾਲਜ ਹੀ ਆ ਜੀ, ਉਹ ਦੂਸਰਾ ਹੈ ਮਰਾਠੀ ਆ। ਉਹਦੇ ਵਿੱਚੋਂ ਮੇਰੇ ਬੇਟੇ ਨੇ ਜਿਹੜੀ ਅਕੈਡਮੀ ਦੀ ਪੜ੍ਹਾਈ ਕੀਤੀ ਇਹਦੀ ਇੰਡੀਆ ਦੀ, ਅੱਧਾ ਨੰਬਰ ਤੇ ਰਹਿ ਗਿਆ ਸੀਗਾ, ਤੇ ਉਹੀ ਪੜ੍ਹਾਈ ਮੁੜ ਕੇ ਉਹਨੇ ਪ੍ਰਾਈਵੇਟ ਤੌਰ ਤੇ ਕੀਤੀ। ਇਹ ਸਾਰੀ ਜਿਹੜੀ ਪੂਨੇ ਦੀ ਸੰਗਤ ਆ, ਪੂਨੇ ਦੀ ਜਿਹੜੀ ਕਮੇਟੀ ਸੀ, ਉਹ ਸਰਦਾਰ ਪ੍ਰਕਾਸ਼ ਸਿੰਘ ਜੀ ਘਈ ਸਾਹਿਬ ਜੀ, ਉਹਨਾਂ ਨੇ ਕਰਾਈ। ਉਹਨਾਂ ਦਾ ਪਿਆਰ ਸੀ ਇੱਕ ਬੜਾ ਜੀ, ਉਹਨਾਂ ਨੇ ਉਹ ਕਦਰਦਾਨ ਸੀ। ਤੇ ਉੱਥੇ ਗੁਰੂ ਦੀ ਕਿਰਪਾ, ਉੱਥੇ ਵੀ ਆਪਾਂ ਜਿਹੜਾ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਖੰਡਵਾਦ ਸੀਗਾ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦਾ ਧੱਜੀਆਂ ਉਡਾਈਆਂ ਜਾਂਦੀਆਂ ਸੀ, ਉੱਥੇ ਵੀ ਆਪਾਂ ਖੁੱਲ੍ਹ ਕੇ ਬੋਲਦੇ ਸੀਗੇ। ਉੱਥੇ ਵੀ ਕਈ ਸੰਪਰਦਾਵਾਂ ਦੇ ਨਾਲ ਮੇਰੀ ਬਹਿਸ ਵੀ ਹੋਈ ਸੀ, ਤੇ ਆਪਾਂ ਸਿੱਧ ਵੀ ਕੀਤਾ ਸੀ। ਮੇਰੇ ਜਾਣ ਤੋਂ ਪਹਿਲਾਂ ਬੜਾ ਉੱਥੇ ਜਿਹੜੇ ਸਿੱਖ ਸੀਗੇ ਉਹ ਭਰਮੇ ਹੋਏ ਸੀਗੇ, ਉਲਝਾਏ ਹੋਏ ਸੀਗੇ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਉਦਾਹਰਨਾਂ ਦੇ ਦੇ ਕੇ ਤੇ ਉਹ ਸਾਰਾ ਸਿੱਧ ਕਰਕੇ ਉਹਨਾਂ ਨੂੰ ਤੇ ਇਹ ਗੱਲ ਕਿਹਾ ਵੀ ਗੁਰੂ ਆ ਕਹਿੰਦਾ, ਗੁਰੂ ਆ ਕਹਿੰਦਾ, ਤੇ ਪ੍ਰਚਾਰ ਕੀਤਾ, ਤੇ ਇਹਨਾਂ ਦੇ ਸਾਰਾ ਬੱਦਲ ਉੱਡ ਗਿਆ ਸੀਗਾ। ਤੇ ਇਸ ਲਈ ਮੇਰਾ ਬੜਾ ਅਦਬ ਤੇ ਸਤਿਕਾਰ ਕਰਦੇ ਸੀ। ਬੱਚੇ ਮੇਰੇ ਪੜ੍ਹ ਗਏ, ਪਰ ਮੈਂ ਸਰਦਾਰ ਬੂਟਾ ਸਿੰਘ ਨੂੰ ਇੱਕ ਵਚਨ ਦਿੱਤਾ ਸੀਗਾ ਵੀ ਮੈਂ ਜਿਹੜੀ ਆ ਮੇਰੀ ਜ਼ਿੰਦਗੀ ਆ ਨਾ, ਜਿਹੜੀ ਤੁਸੀਂ ਮੈਨੂੰ ਬਚਾਇਆ ਪੁਲਿਸ ਤੋਂ, ਜੇਲ੍ਹ ਚੋਂ ਕਢਾਇਆ, ਤੇ ਮੇਰੇ ਦੁਬਾਰਾ ਮੈਨੂੰ ਜ਼ਿੰਦਗੀ ਦਿੱਤੀ ਆ, ਇਹ ਹੁਣ ਜ਼ਿੰਦਗੀ ਤੁਹਾਡੀ ਆ, ਤੇ ਤੁਹਾਡੇ ਤੁਹਾਨੂੰ ਬਚਾਇਆ ਬੂਟਾ ਸਿੰਘ ਨੇ ਸੀ ਜਾਂ ਜਿਹੜੇ ਉਹ ਤੁਹਾਡੇ ਫਾਦਰ ਸਾਹਿਬ ਦੇ ਫਰੈਂਡ ਸੀ? ਦੇਖੋ ਉਹਨਾਂ ਨੇ ਪੈਸਾ ਲਾਇਆ, ਉਹਨਾਂ ਨੇ ਪੈਸਾ ਲਾਇਆ ਮਗਰ, ਲੇਕਿਨ ਮੰਤਰੀ ਤੌਰ ਤੇ ਜਿਹੜਾ ਸਰਕਾਰ ਦੇ ਦਰਬਾਰੇ ਭਜਨ ਉਹ ਉਹਨਾਂ ਨੇ ਕੀਤਾ ਸੀਗਾ। ਕਿਤੇ ਟੈਲੀਫੋਨ ਕਰਨਾ, ਜਿਹੜੇ ਹਾਂ ਨਰਸਿਮਾ ਰਾਓ ਦੇ ਕੋਲੋਂ ਉਹਨਾਂ ਨੇ ਵਾਇਰਲੈਸਾਂ ਕਰਾਈਆਂ, ਨਹੀਂ ਤੇ ਮੈਨੂੰ ਤੇ ਮਾਰ ਦੇਣਾ ਸੀ ਇਹਨਾਂ ਨੇ। ਤੇ ਇੱਕ ਸਿਰਫ ਗਰੀਬ ਘਰ ਦਾ ਹੋਣ ਕਰਕੇ ਹੀ ਇਹਨਾਂ ਨੂੰ ਸੀਗਾ, ਤੇ ਇਹਨਾਂ ਨੇ ਖਤਮ ਕਰਨਾ ਸੀਗਾ। ਤੇ ਪਰ ਉਹਨੇ ਬੂਟਾ ਸਿੰਘ ਨੇ ਮੇਰੀ ਸਰਕਾਰੀ ਤੌਰ ਤੇ ਬਹੁਤ ਹੈਲਪ ਕੀਤੀ, ਪ੍ਰਸ਼ਾਸਨਿਕ ਤੌਰ ਪੁਲਿਸ ਤੇ ਦਬਾਅ ਪਾਇਆ, 100 ਗੱਲਾਂ। ਹਾਂਜੀ, ਠੀਕ ਹੈ। ਤੇ ਉਹਨਾਂ ਨੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਜੀ ਇਹ ਜੀਵਨ ਤੁਹਾਡਾ ਹੈ। ਉਹ ਕਹਿੰਦੇ ਫਿਰ ਤੂੰ ਸਭ ਕੁਝ ਅੱਖੀ ਵੇਖ ਲਿਆ, ਜੇ ਤੂੰ ਮਜ਼੍ਹਬੀ ਸਿੱਖਾਂ ਦਾ ਪੁੱਤ ਆ ਤੇ ਮਜ਼੍ਹਬੀ ਸਿੱਖ ਕੌਮ ਦਾ ਪ੍ਰਚਾਰ ਕਰ। ਤੇ ਮੈਂ ਉਹ ਬਚਨ ਜਿਹੜਾ ਸੀਗਾ ਉੱਥੇ ਦਿੱਤਾ ਸੀ, ਮੈਂ ਕਰੂੰਗਾ। ਜਦੋਂ ਮੇਰੇ ਕੋਲ ਬੱਚਿਆਂ ਦੀ ਸਮੱਸਿਆ ਸੀ, ਪੜ੍ਹਾਉਣੇ ਆ, ਉਹ ਸਮੱਸਿਆ ਮੇਰੇ ਅੱਗੇ ਸੀ ਗਾਂ। ਫਿਰ ਮੇਰਾ ਭੈਣ ਮੇਰੀ ਸੀ, ਭਣਵਈਆ ਸਾਡਾ ਮਰ ਗਿਆ ਸੀਗਾ, ਅੱਤਵਾਦੀਆਂ ਨੇ ਮਾਰਤਾ ਸੀਗਾ, ਤੇ ਉਹਦੇ ਜਿਹੜੇ ਬੱਚੇ ਸੀ 4 ਕੁੜੀਆਂ, ਉਹ ਸਾਡੀ ਜ਼ਿੰਮੇਵਾਰੀ ਪੈ ਗਈ। ਇੱਕ ਭੈਣ ਵਿਆਹੀ ਸੀ, 5 ਆ ਗਈਆਂ ਘਰੇ, ਦੁਬਾਰਾ ਫਿਰ ਉਹਦਾ ਵਿਆਹ ਕੀਤਾ। ਤੇ ਮੇਰੇ ਭਰਾ ਦੀ ਕੁੜੀ ਸੀ, ਮੇਰੀ ਕੁੜੀ ਸੀ, ਉਹ ਕੁੜੀਆਂ ਵੀ ਵਿਆਹੁਣੀਆਂ ਸੀ, ਪੜ੍ਹਾਉਣੀਆਂ ਸੀਗੀਆਂ, ਬੱਚੇ ਸੀ 2 ਮੇਰੇ। ਬਹੁਤ ਵੱਡੀ ਜ਼ਿੰਮੇਵਾਰੀ, ਬੜੀ ਵੱਡੀ। ਮੈਂ ਘਰ 'ਚ ਮੈਂ ਵੱਡਾ ਸੀਗਾ, ਸਾਰੀ ਜ਼ਿੰਮੇਵਾਰੀ ਮੇਰੇ ਤੇ ਸੀਗੀ। ਇਹ ਚੀਜ਼ਾਂ ਸੀਗੀਆਂ ਤੇ ਜ਼ਿੰਮੇਵਾਰੀਆਂ ਨੇ ਮੈਨੂੰ ਦਬਾ ਛੱਡਿਆ ਸੀ। ਪਰ ਪੂਨੇ ਦੀ ਸੰਗਤ ਨੇ ਇਹ ਸਾਰਾ ਭਾਰ ਮੇਰਾ ਲਾਤਾ ਸੀ। ਜਦੋਂ ਕੁੜੀਆਂ ਵਿਆਹ ਤੀਆਂ, ਮੈਂ ਘਰ ਵਾਪਸ ਲੈ ਲਿਆ। ਫਿਰ ਮੈਂ ਆਪ ਦਾ ਉਹ ਘਰ ਮੈਂ ਆਪਦੇ ਭਰਾ ਨੂੰ ਦੇਤਾ, ਮੈਂ ਆਪ ਵੱਖਰਾ ਲਿਆ, ਠੀਕ ਹੈ ਜੀ, ਉਸੇ ਬਾਣੀਏ ਕੋਲੋਂ। ਉਹ ਵੀ ਉਹਨਾਂ ਨੇ ਪਿੰਡ ਦੇ ਵਿੱਚ ਜਿਹੜੀ ਕੁਝ ਐਸੇ ਸੀ ਜਿਹੜੇ ਜਾਤੀਵਾਦ ਲੋਕ ਸੀ, ਹੰਕਾਰੀ ਲੋਕ, ਉਹਨਾਂ ਨੇ ਬੋਲੀ ਲਾ ਦਿੱਤੀ ਵੀ ਪਿੰਡ ਦੇ ਸੈਂਟਰ ਦੇ ਵਿੱਚ ਇਹਨੂੰ ਜਗ੍ਹਾ ਨਹੀਂ ਲੈਣ ਦੇਣੀ। ਅੱਛਾ, ਤੇ ਉਹਦੀ ਜਗ੍ਹਾ ਤੁਹਾਡੀ ਸੀ? ਜਗ੍ਹਾ ਮੈਂ ਮੁੱਲ ਲਈ, ਠੀਕ ਹੈ। ਤੇ ਉਹਦੀ 1 ਲੱਖ ਉਹਨੇ ਬਾਣੀਏ ਨੇ ਕੀਮਤ ਲਾਈ, ਉਹ 4 ਲੱਖ ਤੱਕ ਵੱਧ ਗਈ। ਇਹਨਾਂ ਬੋਲੀ ਚੜਾਤੀ, ਮੈਂ ਕਿਹਾ ਦੇਈ ਜੋ ਬੋਲੀ ਜਿੰਨੀ ਦੇਣੀ ਆ, ਮੈਂ ਖਰੀਦੂੰਗਾ।
4 ਲੱਖ ਦੇ ਵਿੱਚ ਇਹਨਾਂ ਨੇ ਜਗ੍ਹਾ ਛੱਡ ਦਿੱਤੀ ਮੁੜ ਕੇ। ਜਿਹੜੀ ਲੱਖ 'ਚ ਮਿਲ ਜਾਣੀ ਜਿਹੜੀ ਲੱਖ 'ਚ ਮਿਲਣੀ ਸੀ ਉਹ 4 ਲੱਖ ਭਰ ਕੇ ਲਈ, ਫਿਰ ਘਰ ਪਾਇਆ ਉਹਦੇ ਤੇ। ਚਲੋ ਜੀ, ਇਹ ਸਾਰੀਆਂ ਜ਼ਿੰਮੇਵਾਰੀਆਂ ਜਦੋਂ ਮੇਰੀਆਂ ਪੂਰੀਆਂ ਹੋ ਗਈਆਂ, ਦੋਵੇਂ ਬੱਚੇ ਵਿਆਹ ਤੇ ਆ, ਦੋਵੇਂ ਬੱਚੇ ਆਪਦਾ ਕੰਮ ਕਰਦੇ ਖਾਂਦੇ ਆ। ਇੱਕ ਬੱਚੇ ਦੀ ਪੜ੍ਹਾਈ ਪੂਰੀ ਹੋ ਗਈ ਆ, ਉਹਨੇ ਲੈਫਟੀਨੈਂਟ ਬਣਨਾ, ਉਹਦੀ ਟੌਪ ਤੇ ਰਿਜ਼ਲਟ ਆ ਉਹਦਾ, ਪੂਰੇ ਮਹਾਰਾਸ਼ਟਰ ਚੋਂ ਇੱਕੋ ਹੀ ਸਰਦਾਰ ਪਹਿਲੇ ਨੰਬਰ ਤੇ ਆਇਆ, 골ਡਨ ਮੈਡਲ ਆ ਉਹ ਬੇਟਾ ਸ਼ੂਟਿੰਗ ਦੇ ਵਿੱਚ। ਠੀਕ ਹੈ ਜੀ। ਤੇ ਇਹ ਸਾਰਾ ਕੁਝ ਮਹਾਰਾਜ ਨੇ ਕਿਰਪਾ ਕਰ ਦਿੱਤੀ। ਤੇ ਫਿਰ ਮੈਂ ਸਰਦਾਰ ਬੂਟਾ ਸਿੰਘ ਜੀ ਨੂੰ ਦਿੱਤਾ ਵਚਨ ਸੀ, ਉਹਨੂੰ ਯਾਦ ਕੀਤਾ ਤੇ ਮੈਂ ਰਿਜ਼ਾਈਨ ਦੇਤਾ। ਮੈਨੂੰ ਉੱਥੋਂ ਦੇ ਉਹਨੇ ਗੁਰਦੁਆਰੇ ਉਹਨਾਂ ਨੇ ਬੜਾ ਜ਼ੋਰ ਲਾਇਆ ਵੀ ਗਿਆਨੀ ਜੀ ਤੁਸੀਂ ਨਾ ਜਾਓ ਛੱਡ ਕੇ, ਅਸੀਂ ਤੁਹਾਨੂੰ ਛੱਡਣਾ ਨਹੀਂ ਚਾਹੁੰਦੇ ਤੇ ਤੁਸੀਂ ਨਾ ਜਾਓ। ਫਿਰ ਮੈਨੂੰ ਕਹਿੰਦੇ ਤੁਸੀਂ ਪਛਤਾਓਗੇ। ਮੈਂ ਕਿਹਾ ਕੁਛ ਵੀ ਹੋਵੇ, ਆ ਜਿਹੜਾ ਹੁਣ ਜੀਵਨ ਬਚਦਾ ਹੈ ਇਹ ਮੈਂ ਕੌਮ ਦੇ ਪ੍ਰਚਾਰ ਤੇ ਲਾਵਾਂਗਾ। ਤੇ ਮੇਰਾ ਕਿਸੇ ਵੀ ਜਾਤ ਨਾਲ ਵੈਰ ਨਹੀਂ, ਨਾ ਜੱਟ ਭਾਈਚਾਰੇ ਨਾਲ, ਨਾ ਕਿਸੇ ਦੂਜੇ ਤੀਜੇ ਨਾਲ। ਮੈਂ ਤੇ ਪਖੰਡ ਦੇ ਉੱਤੇ ਜ਼ਰੂਰ ਟੈਗ ਕਰੂੰਗਾ, ਮੈਂ ਅੱਗੇ ਰੱਖੂੰਗਾ, ਗੁਰਬਾਣੀ ਦੇ ਆਧਾਰ ਤੇ ਮੈਂ ਗੱਲ ਕਰੂੰਗਾ। ਇਹ ਮੈਂ ਠਾਣ ਲਈ, ਬਦੋ ਬਦੀ ਉਹਨਾਂ ਨੂੰ ਰਿਜ਼ਾਈਨ ਦੇ ਕੇ ਆ ਗਿਆ। ਮੈਂ ਆਣ ਕੇ ਸਟੱਡੀ ਕੀਤੀ ਬਹੁਤ ਸਾਰੀ। ਇੱਕ ਕਿਤਾਬ ਮੈਨੂੰ 1987 ਦੇ ਵਿੱਚ ਮਿਲੀ, ਬਹੁਤ ਸਾਰੀਆਂ ਭੱਟ ਪਈਆਂ ਸੀ ਮੇਰੇ ਦਾਦੇ ਦੀਆਂ, ਜਿਹੜੀਆਂ ਜਦੋਂ ਸਾਡੇ ਮਗਰ ਪੁਲਿਸ ਲੱਗੀ ਸੀ ਤੇ ਸਾਡਾ ਸਮਾਨ ਸਾਰਾ ਪੁਲਿਸ ਲੁੱਟ ਕੇ ਲੈ ਗਈ ਤੇ ਉਹ ਘਰ ਨੂੰ ਅੱਗ ਲਾ ਗਈ। ਉਹਦੇ ਵਿੱਚ ਸਾਡਾ ਲਾਇਬ੍ਰੇਰੀ ਸਾਰੀ ਸੜ ਦਿੱਤੀ। ਠੀਕ ਹੈ ਜੀ। ਤੇ ਉਹ 'ਚ ਕਿਤਾਬਾਂ ਸਾਰੀਆਂ ਸੜ ਗਈਆਂ, ਬਹੁਤ ਸਾਰੀਆਂ ਮੈਂ ਪੜ੍ਹੀਆਂ ਸੀ। ਪਰ ਬਾਅਦ ਵਿੱਚ ਮੈਨੂੰ ਇੱਕ ਡਾਕਟਰ ਦਲਬੀਰ ਸਿੰਘ ਜੀ, ਉਹਨਾਂ ਨੇ ਕਿਤਾਬ ਲਿਖੀ ਵਰਿਆਮ ਅਕੇਲਾ, ਉਹ ਮਿਲੀ। ਮੈਂ ਉਹ ਤੇ ਉਹਦੀ ਸਟੱਡੀ ਕੀਤੀ। ਇੱਕ ਡਾਕਟਰ ਸ਼ਮਸ਼ੇਰ ਸਿੰਘ ਅਸ਼ੋਕ, ਉਹ ਸਟੱਡੀ ਕੀਤੀ। ਇੱਕ ਫਿਰ ਸੱਚੀ ਖੋਜ ਗ੍ਰੰਥ, ਇੱਕ ਦਇਆ ਸਿੰਘ ਆਰਫ, ਤੇ ਇੱਕ ਮੈਂ ਮਾਨ ਸਿੰਘ ਜੀ ਝੌਰ, ਬੜੇ ਇਹਨਾਂ ਵਿਦਵਾਨਾਂ ਨੂੰ ਪੜ੍ਹਿਆ ਤੇ ਜਿਹਦੇ ਵਿੱਚੋਂ ਮੈਨੂੰ ਰਗਰੇਟਾਂ ਦਾ ਬਹੁਤ ਸਾਰਾ ਇਤਿਹਾਸ ਲੱਭਿਆ ਜੀ। ਫਿਰ ਸਰਦਾਰ ਨਰਿੰਦਰ ਸਿੰਘ ਜੀ ਆਰਫੀ, ਉਹਨਾਂ ਨੇ ਮੈਨੂੰ ਇੱਕ ਬੁੱਕ ਦਿੱਤੀ, ਉਸ ਕਿਤਾਬ ਦਾ ਨਾਂ ਹੈ ਰੰਗਰੇਟਿਆਂ ਦਾ ਇਤਿਹਾਸ ਜੀ। ਉਹਨਾਂ ਨੇ 3 ਭਾਗ ਲਿਖੇ ਨੇ, ਤਿੰਨੇ ਮੈਨੂੰ ਦਿੱਤੇ ਉਹਨਾਂ ਨੇ, ਤੇ ਮੈਂ ਉਹ ਪੜ੍ਹੇ, ਜਿਹਦੇ ਵਿੱਚ ਸਰਕਾਰੀ ਹਵਾਲੇ ਦੇ ਕੇ ਲਿਖਿਆ। ਤੇ ਫਿਰ ਰੰਗਰੇਟਾ ਸ਼ਹਿਨਸ਼ਾਹ ਤੀਜਾ ਭਾਗ ਆ, ਉਹ ਸਾਰੀਆਂ ਸਰਕਾਰੀ ਰਿਪੋਰਟਾਂ ਨੇ। ਇਹ ਸਾਰੀਆਂ ਦੀ ਮੈਂ ਸਟੱਡੀ ਕੀਤੀ ਤੇ ਮੈਨੂੰ ਪਤਾ ਲੱਗਾ ਵੀ ਜਿੰਨਾ ਇਤਿਹਾਸ ਆ, ਜਿੰਨੇ ਵੱਡੇ ਕੁਰਬਾਨੀਆਂ ਦੇ ਪੁੰਜ ਆ, ਉਹ ਸਾਰੇ ਦੇ ਸਾਰੇ ਰੰਗਰੇਟੇ ਆ ਜੀ। ਬਾਬਾ ਬੰਦਾ ਸਿੰਘ ਰੰਗਰੇਟਾ, ਤਾਂ ਉਹਦੇ ਨਾਲ ਵਿਤਕਰਾ ਹੋਇਆ, ਉਹਦੇ ਨਾਲ ਗਦਾਰੀ ਕੀਤੀ ਗਈ। ਉਹਨੂੰ ਗਦਾਰ ਹੀ ਕਹਿੰਦੇ ਨੇ ਵੈਸੇ, ਉਹਨੂੰ ਗਦਾਰ ਇਹਨਾਂ ਨੇ ਪ੍ਰਚਾਰ ਨਾ ਕਰ ਦਿੱਤਾ। ਹਾਂਜੀ, ਤੇ ਉਹਦੀਆਂ ਸਰਕਾਰੀ ਰਿਪੋਰਟਾਂ ਪਈਆਂ ਨੇ। ਜਿਹੜਾ ਇਹਨਾਂ ਨੇ ਬਾਜ ਸਿੰਘ ਜੱਟ ਭਾਈਚਾਰੇ ਚੋਂ ਪ੍ਰਚਾਰ ਦਿੱਤਾ ਕਿ ਬੜਾ ਮਹਾਨ ਸੀ, ਉਹ ਗਦਾਰ ਆ। ਉਹਨੇ ਗੁਰਦਾਸ ਨਗਰ ਗਲੀ ਦੇ ਵਿੱਚ ਬੰਦਾ ਸਿੰਘ ਦਾ ਸਾਥ ਛੱਡਿਆ ਬਾਹਾਂ ਖੜੀਆਂ ਕਰਕੇ। ਜਿਹੜਾ ਇਹਨਾਂ ਨੇ ਪ੍ਰਚਾਰ ਕਰ ਦਿੱਤਾ ਆਪਣਾ ਬਾਜ ਸਿੰਘ, ਉਹ ਬਾਬਾ ਵੀਰ ਸਿੰਘ ਦਾ ਛੋਟਾ ਭਰਾ ਧੀਰ ਸਿੰਘ ਆ। ਕਿਉਂਕਿ ਸਰਕਾਰੀ ਰਿਪੋਰਟਾਂ ਦੇ ਵਿੱਚ ਜਦੋਂ 700 ਬੰਦਾ ਉੱਥੋਂ ਗ੍ਰਿਫਤਾਰ ਕੀਤਾ ਨਾ, ਉਹਦੇ ਵਿੱਚ ਕਿਸੇ ਬਾਜ ਸਿੰਘ ਦਾ ਨਾਮ ਨਹੀਂ ਆਉਂਦਾ, ਉਹਦੇ ਵਿੱਚ ਧੀਰ ਸਿੰਘ ਦਾ ਨਾਮ ਆਉਂਦਾ। ਤੇ ਧੀਰ ਸਿੰਘ ਜਿਹੜਾ ਸੀਗਾ ਉਹ ਬੜਾ ਫਰਤੀਲਾ ਸੀਗਾ, ਤੇ ਉਹਨੂੰ ਬੰਦਾ ਸਿੰਘ ਬਾਜ ਕਹਿੰਦਾ ਹੁੰਦਾ ਸੀ ਵੀ ਇਹ ਮੇਰਾ ਬਾਜ ਆ। ਫਰਕਸੀਅਰ ਨੇ ਉੱਥੇ ਗੱਲ ਕੀਤੀ ਸੀ ਵੀ ਉਹ ਜਿਹੜਾ ਬੰਦੇ ਦਾ ਬਾਜ ਆ ਉਹ ਕਿੱਥੇ ਆ, ਤੇ ਉਹਨੇ ਫਿਰ ਬਾਬਾ ਧੀਰ ਸਿੰਘ ਨੇ ਆਖਿਆ ਵੀ ਉਹ ਦਾਸ ਆ। ਤੇ ਉਹ ਫਿਰ ਉਹਨੇ ਕਿਹਾ ਵੀ ਤੇਰੀ ਬਹਾਦਰੀ ਕਿੱਧਰ ਗਈ? ਉਹਨੇ ਆਖਿਆ ਵੀ ਇਹ ਬਾਹਾਂ ਮੜੀਆਂ ਢਿੱਲੀਆਂ ਕਰ ਤੇ ਪਤਾ ਵਿਖਾਵਾਂ। ਉਹ ਬਾਹਾਂ ਢਿੱਲੀਆਂ ਕਰਨ ਦਾ ਮਤਲਬ ਇਹ ਸੀ ਵੀ ਜਿਹੜੀ ਹੱਥਕੜੀ ਲਾਈ ਸੀ ਨਾ, ਉਹਦੀ ਸੰਗਲੀ ਜਿਹੜੀ ਖੋਲ ਦੇਣੀ, ਉਹਦੀ ਸੰਗਲੀ ਛਪਾਈ ਕੋਲ ਸੀ। ਸੰਗਲੀ ਜਿਹੜੀ ਸੀਗੀ, ਉਹ ਕਹਿੰਦਾ ਜਿਹੜਾ ਕਿ ਸੰਗਲੀ ਢਿੱਲੀ ਕਰ ਮੇਰੇ ਹੱਥ ਹਿੱਲਣ ਦੇ। ਤੇ ਉਹਨਾਂ ਮੜੀ ਜੀ ਸੰਗਲੀ, ਉਹਨੇ ਕਿਹਾ ਸੰਗਲੀ ਸੁੱਟ ਦੇ ਥੱਲੇ, ਉਹਨੇ ਸੰਗਲੀ ਥੱਲੇ ਸੁੱਟ ਦਿੱਤੀ। ਉਹਨੇ ਮਾਰ ਕੇ ਝਟਕਾ ਤੇ ਹੱਥਕੜੀਆਂ ਤੋੜਤੀਆਂ, ਤੇ ਉਹਦੇ ਕੋਲੋਂ ਕਿਰਪਾਨ ਖੋਹ ਕੇ 10-12 ਉਹਨੇ ਮੁਗਲ ਝਟਕਾ ਮੌਕੇ ਤੇ ਝਟਕਾ ਤੇ। ਉਹ ਵੀਰ ਬਹਾਦਰ ਜਿਹੜਾ ਏ, ਉਹ ਸਰਦਾਰ ਬਾਬਾ ਧੀਰ ਸਿੰਘ ਬਾਬਾ ਵੀਰ ਸਿੰਘ ਦਾ ਛੋਟਾ ਭਰਾ ਏ। ਤੇ ਉਹਨੂੰ ਇਹ ਬਾਜ ਸਿੰਘ ਕਹਿ ਕੇ ਤੇ ਇਹਨਾਂ ਨੇ ਉਹਦਾ ਬੁੱਤ ਵੀ ਲਵਾਇਆ ਉੱਥੇ। ਹਾਂਜੀ, ਜਦੋਂ ਕਿ ਬਾਜ ਸਿੰਘ ਦੀ ਜਦੋਂ ਤੁਸੀਂ ਸਰਕਾਰੀ ਰਿਪੋਰਟਾਂ ਪੜ੍ਹੋਗੇ, ਗੁਰਦਾਸ ਨਗਰ ਗਲੀ ਦੇ ਵਿੱਚੋਂ ਬੰਦਾ ਸਿੰਘ ਨੂੰ ਦਗਾ ਦੇ ਕੇ ਤੇ ਇਸ ਤਰ੍ਹਾਂ ਬਾਹਾਂ ਖੜੀਆਂ ਕਰਕੇ ਨਿਕਲਿਆ। ਜਦੋਂ ਮੈਂ ਇਹ ਚੀਜ਼ਾਂ ਪੜ੍ਹੀਆਂ, ਕਿਸੇ ਨੂੰ ਇਹਨਾਂ ਨੇ ਜਿਹੜੇ ਵੱਡੇ ਜਿਹੜੇ ਹੈਗੇ ਨੇ ਨਾ ਇਹਨਾਂ ਦੇ ਪ੍ਰਚਾਰਕ, ਜਿਹੜੇ ਯੂਟਿਊਬਾਂ ਤੇ ਬੋਲਦੇ ਆ ਵੀ ਇਹ ਹਰੀ ਸਿੰਘ ਨਰਵਾ ਖੱਤਰੀ ਆ, ਇਹਨਾਂ ਸਾਰਿਆਂ ਨੂੰ ਖੁੱਲ੍ਹਾ ਚੈਲੰਜ ਆ, ਆਓ ਬੈਠੋ ਤੇ ਸਾਡੇ ਨਾਲ ਚਰਚਾ ਵਿਚਾਰ ਕਰੋ ਤੇ ਫਿਰ ਸਾਨੂੰ ਸਿੱਧ ਕਰਕੇ ਵਿਖਾਓ ਵੀ ਉਹ ਕੌਣ ਨੇ। ਜਿਹੜਾ ਮਤੀਦਾਸ ਸਤੀਦਾਸ ਭਾਈ ਦਿਆਲਾ ਜੀ, ਇਹ ਭਾਈ ਬਾਬਾ ਗੌਤਮ ਦੇ ਵੰਸ਼ ਵਿੱਚੋਂ ਆ, ਠੀਕ ਹੈ ਨਾ, ਤੇ ਉਹਦੇ ਵੰਸ਼ ਵਿੱਚੋਂ ਆ, ਜਿਹਦੇ ਬਾਰੇ ਇਹ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਇਹ ਚੰਡਾਲ ਵੰਸ਼ ਚੋਂ ਆ। ਤੇ ਮੰਨੂ ਸਿਮਰਤੀ ਦੇ ਮੁਤਾਬਕ ਜਿਹੜਾ ਮੂਲ ਨਿਵਾਸੀ ਬੰਦਾ ਹੋਵੇ ਤੇ ਬ੍ਰਾਹਮਣੀ ਦੇ ਨਾਲ ਉਹਦਾ ਸੰਜੋਗ ਹੋ ਜੇ, ਉਹਦੇ ਚੋਂ ਜਿਹੜਾ ਬੱਚਾ ਪੈਦਾ ਹੁੰਦਾ ਉਹਨੂੰ ਚੰਡਾਲ ਕਹਿੰਦੇ ਆ। ਹਾਂਜੀ, ਤੇ ਇਹ ਗੌਤਮ ਦੇ ਵੰਸ਼ ਦੇ ਵਿੱਚੋਂ ਆ, ਬਾਬੇ ਗੌਤਮ ਦੇ ਵੰਸ਼ ਵਿੱਚੋਂ, ਪੈੜੇ ਦੀ ਔਲਾਦ ਵਿੱਚੋਂ। ਪੈੜਾ ਜਾਤ ਚੰਡਾਲੀਆ ਭਾਈ ਗੁਰਦਾਸ ਜੀ ਨੇ ਕਿਹਾ, ਤੇ ਉਹਨੂੰ ਇਹ ਬਾਹਮਣ ਕਹੀ ਜਾਂਦੇ ਆ।
ਭਾਈ ਮਤੀ ਦਾਸ ਸਤੀ ਦਾਸ ਦਿਆਲਾ ਜੀ, ਇਹ ਐਡੇ ਮਹਾਨ ਯੋਧੇ ਜਿਨ੍ਹਾਂ ਨੇ ਆਰੇ ਸੀਸ ਤੇ ਚਲਾ ਤੇ ਦੇਗ ਚੋਂ ਬਾਲੇ ਗਏ ਤੇ ਫਿਰ ਰੂਚ ਬਣ। ਮੈਂ ਹੈਰਾਨ ਪਰੇਸ਼ਾਨ ਹੋ ਗਿਆ ਵੀ ਉਹ ਦਗਾ ਕਿੰਨਾ ਕੀਤਾ ਪੰਥ ਨਾਲ ਇਹਨਾਂ ਨੇ। ਅੱਜ ਇਹ ਕਹੀ ਜਾਂਦੇ ਆ ਵੀ ਇਹ ਪੰਥ ਦੇ ਵਿੱਚ ਵੰਡੀਆਂ ਪਾਉਂਦੇ ਆ, ਜਦੋਂ ਕਿ ਇਹਨਾਂ ਨੇ ਸਾਡੇ ਸ਼ਹੀਦ ਹਾਈਜੈਕ ਕੀਤੇ। ਜਿਹੜਾ ਜੱਟ ਨਹੀਂ ਸਾਬਤ ਹੋਇਆ ਉਹਨੂੰ ਕਿਸੇ ਨੂੰ ਬਾਹਮਣ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਕਿਸੇ ਨੂੰ ਖੱਤਰੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਭਾਈ ਮਣੀ ਸਿੰਘ, ਮੈਂ ਫਿਰ ਇਤਿਹਾਸ ਖੋਜਿਆ, ਪਿੱਛੋਂ ਖੋਜ ਕੇ ਲਿਆਂਦਾ 1200 ਸਨ ਦੇ ਵਿੱਚੋਂ ਜੀ। ਬਾਬਾ ਖੱਖਰ ਗੱਖਰ ਤੇ ਖੋਖਰ, ਇਹ ਦੋ ਸਕੇ ਭਰਾ ਹੈ ਜੀ। ਖੋਖਰ ਜਿਹੜੇ ਨੇ ਉਹ ਰਗਰੇਟੇ ਆ ਜੀ। ਗੱਖਰ ਜਿਹੜੇ ਨੇ ਉਹ ਜੱਟ ਭਾਈਚਾਰੇ ਚੋਂ ਹੈ ਦੋਵੇਂ ਸਕੇ ਭਰਾ ਹੈ। ਜੱਟ ਤੇ ਮਜ਼੍ਹਬੀ ਇੱਕੋ ਹੀ ਕੌਮ ਆ ਪਿੱਛੋਂ। ਹਾਂਜੀ, ਇਹ ਜਦੋਂ ਮੈਂ ਖੋਜ ਕਰਕੇ ਪਿੱਛੋਂ ਲਿਆਂਦੀ ਵੀ ਰੰਗਰੇਟੇ ਬਣੇ ਕਿੱਥੋਂ ਤੇ ਰੰਗਰੇਟਿਆਂ ਦੀ ਪੈਦਾਇਸ਼ ਕੀ ਆ, ਉਹ ਸਾਰੀ ਜਦੋਂ ਸਾਹਮਣੇ ਲਿਆਂਦੀ ਫਿਰ ਮੈਂ ਉਹ ਸਟੇਜਾਂ ਤੇ ਬੋਲਣੀ ਸ਼ੁਰੂ ਕਰਤੀ। ਹੁਣ ਬਹਿ ਕੇ ਚਰਚਾ ਵਿਚਾਰ ਹੋ ਜਾਵੇ ਤੇ ਇਹ ਸਾਰੇ ਸ਼ੰਕੇ ਨਿਵਰਤ ਹੋ ਜਾਣੇ ਇਹਨਾਂ ਦੇ। ਬੈਠੇ ਕਮੈਂਟ 'ਚ ਜੋ ਮਰਜ਼ੀ ਕੁਮਾਰੀ ਜਾਵੇ, ਹੁਣ ਵੀ ਬੜੇ ਗਾਲਾਂ ਕੱਢਣ ਰਹੇ ਹੋਣਗੇ ਵੀ ਭੌਂਕਦਾ ਪਿਆ, ਉਹ ਕਰਦਾ, ਜੇ ਕਰਦਾ ਪਿਆ। ਇਸ ਚੀਜ਼ ਦੀ ਆਪਾਂ ਨੂੰ ਕੋਈ ਪਰਵਾਹ ਨਹੀਂ ਗੀ। ਹੈਰਾਨਗੀ ਇਸ ਚੀਜ਼ ਦੀ ਆ ਵੀ ਦੇਖੋ ਕੁਰਬਾਨੀਆਂ ਕਿੰਨਾਂ ਦੀਆਂ। ਆ ਬਾਬਾ ਵਿਨੋਦ ਸਿੰਘ ਆ, ਵਿਨੋਦ ਸਿੰਘ ਜੀ ਜੀ ਜੀ। ਬਾਬਾ ਵਿਨੋਦ ਸਿੰਘ ਰਗਰੇਟਾ ਮਜ਼੍ਹਬੀ ਸਿੱਖ ਆ। ਜੀ। ਬਾਬਾ ਦੀਪ ਸਿੰਘ ਰਗਰੇਟਾ ਮਜ਼੍ਹਬੀ ਸਿੱਖ ਆ, ਉਹਦੀ ਮਾਸੀ ਦਾ ਪੁੱਤ ਆ ਇਹ। ਹਾਂਜੀ, ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਹੁਣਾਂ ਦੀ ਮਾਸੀ ਦੇ ਪੁੱਤ, ਭੂਆ ਦੇ ਪੁੱਤ ਜਿਹੜੇ ਬਾਬਾ ਆਲਮ ਸਿੰਘ ਹੁਣੀ ਆ। ਜਦੋਂ ਮੈਂ ਖੋਜ ਕੀਤੀ, ਇਹਨਾਂ ਨੇ ਸੈਂਟਰ ਦੇ ਵਿੱਚ ਵੀ ਤੇ ਪੰਥ ਦੇ ਵਿੱਚ ਵੀ ਸਾਨੂੰ ਇਹ ਕਹਿਤਾ ਵੀ ਇਹ ਜਿਹੜੇ ਮਜ਼੍ਹਬੀ ਸਿੱਖ ਰਗਰੇਟੇ ਆ ਨਾ, ਇਹ ਸੀਰੀ ਆ, ਇਹ ਗਰੀਬ ਆ। ਜਦੋਂ ਮੈਂ ਖੋਜ ਕੀਤੀ ਵੀ ਇਹ ਤੇ ਬੜੇ ਉੱਚੇ ਕੋਟੀ ਦੇ ਸਰਦਾਰ ਨੇ, ਬੜੇ ਵੱਡੇ ਵੱਡੇ ਸੁਦਾਗਰ ਨੇ। ਹੁਣ ਨੀਲੇ ਘੋੜੇ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ 'ਚ ਪੰਥ 'ਚ ਗੱਲ ਚੱਲਦੀ ਆ, ਉਹ ਨੀਲੇ ਘੋੜੇ ਦੇ ਨਾਲ 4 ਘੋੜੇ ਹੋਰ ਚਿੱਟੇ ਜਿਨ੍ਹਾਂ ਦੀ ਵੰਸ਼ ਅੱਜ ਵੀ ਹਜੂਰ ਸਾਹਿਬ ਆ। ਇਹ 5 ਘੋੜੇ ਭਾਈ ਨਗਾਈਆ ਨੇ ਲੁਧਿਆਣੇ ਦੇ ਕੋਲ ਆਲਮਗੀਰ ਗੁਰਦੁਆਰਾ, ਉਹ ਆਲਮਗੀਰ ਗੁਰਦੁਆਰੇ ਦੇ ਵਿੱਚ ਉਹ ਜਗ੍ਹਾ ਤੇ ਭਾਈ ਨਗਾਈਏ ਨੇ ਭੇਟ ਕੀਤੇ ਆ। ਭਾਈ ਨਗਾਈਆ ਇੱਕ ਸੁਦਾਗਰ ਸੀ, ਉਹ ਮਜ਼੍ਹਬੀ ਸਿੱਖ ਰੰਗਰੇਟਾ ਸੀ। ਉਹਦਾ ਛੋਟਾ ਭਰਾ ਭਾਈ ਆਲਮ ਸਿੰਘ ਗੁਰੂ ਗੋਬਿੰਦ ਸਿੰਘ ਦੀ ਫੌਜ ਦੇ ਵਿੱਚ ਇੱਕ ਕਮਾਂਡਰ ਸੀ, ਖੁਫੀਆ ਏਜੰਸੀ ਦਾ, ਖੁਫੀਆ ਰਿਪੋਰਟਾਂ ਦਿੰਦਾ ਹੁੰਦਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੂੰ। ਇਹਨਾਂ ਚੀਜ਼ਾਂ ਦਾ ਇਤਿਹਾਸ ਪੜ੍ਹਿਆ ਤਾਂ ਮੈਂ ਦੰਗ ਰਹਿ ਗਿਆ ਵੀ ਯਾਰ ਏਡੀ ਵਿਰਸੇ ਦੀ ਉੱਚੀ ਕੌਮ, ਸਾਡਾ ਕੋਈ ਜੱਦੋ-ਜਹਿਦ ਕੋਈ ਇਹਨਾਂ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਨਾ ਅਸੀਂ ਇਹਨਾਂ ਦੇ ਕੋਲੋਂ ਜ਼ਮੀਨਾਂ ਮੰਗਦੇ ਆ, ਨਾ ਇਹਨਾਂ ਦੇ ਕੋਲੋਂ ਅਸੀਂ ਕੁਝ ਮੰਗਦੇ ਆ। ਅਸੀਂ ਤਾਂ ਇਹ ਕਹਿੰਦੇ ਵੀ ਪੰਥ ਦੇ ਸੱਚ ਨੂੰ ਤੁਸੀਂ ਦਬਾਉਂਦੇ ਕਿਉਂ? ਜੇ ਦਬਾਓਗੇ ਤੇ ਅਸੀਂ ਇਹਦਾ ਵਿਰੋਧ ਕਰਾਂਗੇ। ਹੁਣ ਅਸੀਂ ਚੰਡੀਗੜ੍ਹ ਮੀਟਿੰਗ 'ਚ ਗਏ ਸੀ ਜਿੱਥੇ ਤੁਸੀਂ ਸੁਣਿਆ ਸੀਗਾ, ਉੱਥੇ ਤੁਸੀਂ ਖੁਦ ਵੀ ਵੇਖਿਆ ਸੀ। ਗੱਲ ਪੰਥ ਦਾ ਬਾਟਾ ਜਿਹੜਾ ਏ ਉਹ ਅੰਮ੍ਰਿਤ ਖੰਡੇ ਬੱਟ ਦੀ ਮਰਿਆਦਾ ਇਹਨਾਂ ਨੇ ਭੰਗ ਕਰਕੇ ਪੰਗਤ ਤੇ ਸੰਗਤ ਇਹਨਾਂ ਨੇ 2 ਕਰ ਦਿੱਤੀਆਂ। ਉਹ ਪੰਥ ਦੀ ਮਰਿਆਦਾ ਦਾ ਘਾਣ ਨਹੀਂ ਆ? ਬਿਲਕੁਲ ਹੈ। ਉਹਦੇ ਵਿੱਚ ਸਾਨੂੰ ਨੀਵਾ ਵਿਖਾਉਂਦੇ ਸੀ ਕਿ ਤੁਹਾਡਾ ਬਾਟਾ ਵੱਖਰਾ ਕਰਤਾ। ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਆਪ ਬਾਟਾ ਦੇ ਕੇ ਗਏ ਆ। ਸਾਡੇ ਕੋਲ 5 ਪਿਆਰੇ ਆ, ਅਸੀਂ ਪਿੰਡਾਂ 'ਚ ਜਾਂਦੇ ਆ। ਹੁਣ ਇਹਨਾਂ ਦੇ ਭਾਅ ਦੀ ਤੇ ਇਸ ਕਰਕੇ ਬਣੀ ਆ ਵੀ ਇਹ ਤਾਂ ਖੁਦ ਪ੍ਰਚਾਰ ਕਰਨ ਲੱਗ ਪਏ। ਹੁਣ ਜਿਹੜੇ ਸਿਆਣੇ ਲੋਕ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ, ਉਹ ਕਹਿ ਰਹੇ ਨੇ ਵੀ ਅਸੀਂ ਤੁਹਾਡੀ ਲੜਾਈ ਲੜਦੇ ਆ, ਤੁਸੀਂ ਨਾਲ ਆਓ, ਤਾਂ ਇਹਦੇ 'ਚ ਤੁਹਾਨੂੰ ਕੀ ਆਬਜੈਕਸ਼ਨ ਆ? ਸਾਡੀ ਲੜਾਈ ਕਿਹੜੀ ਆ? ਵੀ ਜਿਵੇਂ ਤੁਹਾਡੇ ਨਾਲ ਵਿਤਕਰਾ ਹੋ ਰਿਹਾ, ਤੁਸੀਂ ਜਿਹੜਾ ਵਿਤਕਰਾ ਸਾਡੇ ਨਾਲ ਹੋ ਰਿਹਾ ਉਹ ਸਾਡੀ ਲੜਾਈ ਆ, ਉਹ ਪੰਥ ਦਾ ਘਾਣ ਨਹੀਂ ਆ। ਜੇ ਸਾਨੂੰ ਕੋਈ ਇਹ ਕਹਿ ਕੇ ਆਖੇ ਵੀ ਤੁਹਾਡੀ ਲੜਾਈ ਅਸੀਂ ਲੜਦੇ ਆ, ਤੁਹਾਡੀ ਮਦਦ ਕਰਦੇ ਆ, ਸਮਝ ਲਓ ਵੀ ਉਹ ਸਾਡੇ ਨਾਲ ਵਿਤਕਰਾ ਕਰਦਾ ਹੈ। ਠੀਕ ਹੈ ਨਾ? ਜੇ ਉਹਨੂੰ ਪੰਥ ਦਾ ਦਰਦ ਆ ਤੇ ਉਹ ਸਾਨੂੰ ਆਖੇ ਵੀ ਆਓ ਰਗਰੇਟਿਓ ਤਾਂ ਸਾਡੇ ਨਾਲ ਰਲੋ, ਤੇ ਇਹ ਲੋਕ ਗਦਾਰ ਨੇ, ਇਹ ਪੰਥ ਦੀ ਮਰਿਆਦਾ ਭੰਗ ਕਰਦੇ ਆ ਤੇ ਆਪਾਂ ਇਹਨਾਂ ਨੂੰ ਪੰਥ ਤੋਂ ਪਾਸੇ ਕਰਨਾ ਹੈ, ਫਿਰ ਅਸੀਂ ਉਹਨਾਂ ਦੇ ਨਾਲ ਹੈ। ਸਾਡੇ ਨਾਲ ਜਿਹਨੇ ਸਾਡੇ ਵਾਸਤੇ ਆਵਾਜ਼ ਉਠਾਈ ਹੈ, ਉਹਦੀ ਪਸੀਨੇ ਦੀ ਜਗ੍ਹਾ ਤੇ ਅਸੀਂ ਖੂਨ ਵਹਾਉਣੇ ਆ। ਇਹ ਰੰਗਰੇਟਾਂ ਦੀ ਫਿਤਰਤ ਆ। ਠੀਕ ਹੈ ਨਾ? ਇਹ ਸ਼ੁਰੂ ਤੋਂ ਸਾਡਾ ਰਿਕਾਰਡ। ਉਹ ਲੜਾਈ ਪੰਥ ਦੇ ਵਿੱਚ ਜਿਹੜੀ ਸਿਸਟਮ ਦੇ ਵਿੱਚ ਗੜਬੜੀ ਆ ਜਾਂ ਖਾਮੀਆਂ ਨੇ, ਉਹਨੂੰ ਸਾਂਝੇ ਤੌਰ ਤੇ ਨਾ ਮੰਨ ਕੇ ਉਹ ਸਿਰਫ ਰੰਗਰੇਟਿਆਂ ਦੀ ਜਿਹੜੀ ਗੱਲ ਸਾਡੇ ਤੇ ਥੋਪਦੇ ਆ ਵੀ ਇਹ ਤੁਹਾਡੇ ਕਰਕੇ ਹੋ ਰਿਹਾ, ਵੀ ਤੁਹਾਡੇ ਕਰਕੇ ਹੋ ਰਿਹਾ। ਸਾਡੇ ਕਰਕੇ ਨਾ ਕਰਨ, ਉਹ ਬਾਟੇ 2 ਦੇ 4 ਕਰ ਦੇਣ, ਅਸੀਂ ਆਪ ਦਾ ਪ੍ਰਚਾਰ ਖੁਦ ਕਰਾਂਗੇ। ਅਸੀਂ ਉਹਨਾਂ ਨੂੰ ਜਦੋਂ ਪਿੰਡੋਂ ਪਿੰਡ ਜਾ ਕੇ, ਹੁਣ ਮੀਡੀਆ ਦਾ ਯੁੱਗ ਆ, ਅਸੀਂ ਸੰਗਤਾਂ ਨੂੰ ਕਵਾਂਗੇ ਬਈ ਇਹ ਜਿਹੜਾ ਅੰਮ੍ਰਿਤ ਆ ਇਹ ਮਰਿਆਦਾ ਨਹੀਂ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ ਦੇਵਾਂਗੇ। ਨਾਨਕ ਅੰਮ੍ਰਿਤ ਏਕ ਹੈ, ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨ ਜਾਨੂ ਦੂਆ ਤੀਆ। ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਦਾਹਰਨਾਂ ਦੇ ਕੇ ਅਸੀਂ ਪ੍ਰਚਾਰ ਕਰਾਂਗੇ ਪਿੰਡਾਂ 'ਚ, ਖੁਦ ਲੋਕ ਉੱਠਣਗੇ। ਜੱਟ ਭਾਈਚਾਰੇ ਦੇ ਲੋਕ ਖੁਦ ਉੱਠਦੇ ਆ, ਖੁਦ ਉਹ ਕਹਿੰਦੇ ਨੇ। ਹੁਣ ਸਾਡੇ ਕੋਲ
4-5 ਦਿਨ ਹੋ ਗਏ ਨੇ ਅਸੀਂ ਲਗਾਤਾਰ ਬਾਬਾ ਮੇਜਰ ਸਿੰਘ ਸਾਹਿਬ ਜੀ ਦੀ ਕਮਾਂਡ ਥੱਲੇ ਦਲ ਪੰਥ ਮਹੱਲਾ ਖੇਡਦਾ ਹੈ ਤੇ ਜੱਟ ਭਾਈਚਾਰਾ ਪੂਰਾ ਦਲ ਸੱਦ ਕੇ ਉਹ ਜੱਟ ਭਾਈਚਾਰਾ ਕਦੀ ਇਹ ਨਹੀਂ ਵੇਖਦਾ ਵੀ ਇਹ ਮਜ਼੍ਹਬੀਆਂ ਦਾ ਦਲ ਆ। ਉਹ ਦਲ ਪੰਥ ਪੂਰਾ ਸੱਦ ਕੇ ਪੂਰਾ ਖਰਚਾ ਕਰਕੇ ਬੱਕਰੇ ਦੇ ਕੇ ਖੰਡ ਪਾਠ ਕਰਾ ਕੇ ਤੇ ਮਹੱਲਾ ਖਿਡਾਉਂਦਾ ਹੈ ਤੇ ਅਸੀਂ ਉੱਥੇ ਪ੍ਰਚਾਰ ਕਰਦੇ ਆ। ਉਹ ਸਾਡੇ ਕੋਲ ਕਰਾਉਂਦੇ ਆ। ਉਹ ਖੁਦ ਦੱਸਦੇ ਆ, ਬੋਲਦੇ ਆ, ਕਹਿੰਦੇ ਬਾਬਾ ਜੀ ਜੇ ਅੱਜ ਪੰਥ ਦੇ ਵਿੱਚ ਢਾਹ ਲੱਗੀ ਆ, ਇਹਨਾਂ ਗਦਾਰਾਂ ਲੋਕਾਂ ਨੇ ਲਾਈ ਆ, ਇਹਨਾਂ ਮਸੰਦਾ ਲੋਕਾਂ ਨੇ ਲਾਈ ਆ। ਅਸੀਂ ਉਹ ਦੱਸਦੇ ਆ ਵੀ ਅਸੀਂ ਫਲਾਣੇ ਦਲ ਨੂੰ ਬੁਲਾਉਂਦੇ ਹੁੰਦੇ ਸੀ ਤੇ ਸਾਡਾ ਤੇ ਇਹਨਾਂ ਦੇ ਨਾਲ ਪਿਆਲੀ ਦੀ ਸਾਂਝ ਆ, ਸਾਡੀ ਤੇ ਇਹਨਾਂ ਦੀ ਹਰ ਚੀਜ਼ ਦੀ ਸਾਂਝ ਆ ਰਗਰੇਟਿਆਂ ਦੇ ਨਾਲ। ਪਰ ਜਦੋਂ ਕਹਿੰਦਾ ਅਸੀਂ ਪਿੱਛੋਂ ਇਕੱਠੇ ਚੱਲ ਕੇ ਆਉਂਦੇ ਸੀ ਤੇ ਅਖੇ ਦਲ ਚ ਆ ਕੇ ਸਾਨੂੰ ਕਹਿੰਦੇ ਯਾਰ ਇਹਨਾਂ ਨੂੰ ਪਾਸੇ ਰੱਖੋ, ਯਾਰ ਇਹਨਾਂ ਨੂੰ ਵਿੱਚ ਨਾ ਪਾਓ। ਤੇ ਕਹਿੰਦੇ ਸਾਨੂੰ ਪਤਾ ਸਾਨੂੰ ਪੀੜ ਕਿੰਨੀ ਹੁੰਦੀ ਸੀ। ਤੇ ਅਸੀਂ ਫਿਰ ਇਹਨਾਂ ਨੂੰ ਪੁੱਛਿਆ ਰਗਰੇਟਿਆਂ ਨੂੰ ਵੀ ਯਾਰ ਕੋਈ ਤੁਹਾਡਾ ਮਜ਼੍ਹਬੀ ਸਿੱਖਾਂ ਦਾ ਦਲ ਨਹੀਂ ਹੈਗਾ ਵੀ ਜਿਹੜਾ ਇਹ ਕੰਮ ਉਹ ਕਰਨ, ਮਹੱਲੇ ਉਹ ਖੇਡਣ ਤੇ ਉਹ ਖੰਡ ਪਾਠ ਕਰਨ? ਤੇ ਇਹਨਾਂ ਨੇ ਫਿਰ ਦੱਸਿਆ ਵੀ ਹੈਗੇ ਆ ਨਾ, ਬਾਬਾ ਮੇਜਰ ਸਿੰਘ ਜੀ ਆ, ਸਾਡੇ ਕੋਲ ਪਾਲਕੀਆਂ ਵੀ ਆ, ਅਸੀਂ ਦਸਮ ਦਾ ਪਾਠ ਵੀ ਕਰਦੇ, ਸਾਰਾ ਕੁਝ ਕਰਦੇ ਆ। ਤੇ ਫਿਰ ਕਹਿੰਦੇ ਆਪਾਂ ਉਹਨਾਂ ਕੋਲ ਕਰਾਇਆ ਕਰਾਂਗੇ। ਮੈਂ ਪਿੰਡਾਂ ਦੇ ਨਾਂ ਨਹੀਂ ਲੈਣੇ, ਵਿਵਾਦ ਉੱਠਦੇ ਆ। 8-10 ਪਿੰਡਾਂ ਦੇ ਵਿੱਚ ਅਸੀਂ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਤੇ ਕਿਤੇ ਅਸੀਂ ਦਸਮ ਦਾ ਪਾਠ ਕਰਕੇ ਆਏ ਆ। ਜੱਟ ਭਾਈਚਾਰੇ ਨੇ 2.5 3-3 ਲੱਖ ਰੁਪਈਆ ਲਾਇਆ, ਬੱਕਰੇ ਭੇਟ ਕੀਤੇ ਨੇ, ਦਸਮ ਦੇ ਪਾਠ ਪੂਰੇ ਪਿੰਡ ਦੇ ਭਲੇ ਵਾਸਤੇ ਕਰਾਏ ਨੇ ਤੇ ਸਾਡੇ ਕੋਲੋਂ ਮਹੱਲੇ ਖਿਡਾਏ ਨੇ। ਉਹ ਜਿਹੜੇ ਪੰਥ ਨੂੰ ਮੰਨਦੇ ਨੇ ਉਹ ਤਾਂ ਸਾਨੂੰ ਇੱਜ਼ਤ ਹੀ ਬੜੀ ਦਿੰਦੇ ਆ। ਉਹ ਤਾਂ ਕਹਿੰਦੇ ਯਾਰ ਜਿਹਨੂੰ ਗੁਰੂ ਨੇ ਗੱਲ ਨਾਲ ਲਾਇਆ ਤੇ ਉਹਨਾਂ ਵੇਖੋ ਉਹ ਸਾਨੂੰ ਕਹਿੰਦੇ ਨੇ, ਮੱਤਾਂ ਦੇ ਸਾਨੂੰ ਕਹਿੰਦੇ ਵਿਦਿਆਰਥੀ ਜੀ ਜੇ ਕਿਸੇ ਦੇ ਮਾਂ ਪਿਓ ਦੀ ਖੁਸ਼ੀ ਲੈਣੀ ਹੈ ਤਾਂ ਉਹਦੇ ਬੱਚਿਆਂ ਨਾਲ ਪਿਆਰ ਕਰੋ। ਤੇ ਕਹਿੰਦਾ ਜੇ ਅਸੀਂ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਲੈਣੀਆਂ ਤਾਂ ਤੁਹਾਡੇ ਨਾਲ ਪਿਆਰ ਕਰੀਏ। ਤੁਹਾਨੂੰ ਉਹਨੇ ਪੁੱਤਰ ਕਿਹਾ, ਬੱਚੇ ਕਿਹਾ, ਤੇ ਅਸੀਂ ਤੇ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਲੈਣੀਆਂ ਨੇ, ਤੁਹਾਡੀਆਂ ਖੁਸ਼ੀਆਂ ਨਹੀਂ ਲੈਣੀਆਂ। ਤੁਹਾਡੇ ਨਾਲ ਪਿਆਰ ਕਰਾਂਗੇ ਤੇ ਗੁਰੂ ਗੋਬਿੰਦ ਸਿੰਘ ਸਾਡੇ ਨਾਲ ਪਿਆਰ ਕਰੋ। ਹੁਣ ਜਿਵੇਂ ਇੱਕ ਮੁਹਿੰਮ ਚੱਲ ਰਹੀ ਹੈ ਕਿ ਇੱਕ ਪਿੰਡ ਇੱਕ ਗੁਰਦੁਆਰਾ, ਹਾਂਜੀ, ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਇਹਨੂੰ ਚੰਗਾ ਕਹੋਗੇ ਜਾਂ ਕੀ ਕਹੋਗੇ ਵੀ ਉਸਾਰੂ ਮੁਹਿੰਮ ਆ ਇੱਕ? ਦੇਖੋ ਇਹ ਮੁਹਿੰਮ ਨਹੀਂ ਗਈ, ਇਹ ਸਾਜ਼ਿਸ਼ ਆ। ਇਸ ਤੋਂ ਪਹਿਲਾਂ ਵੀ ਸਾਜ਼ਿਸ਼ ਇੱਕ ਚੱਲੀ ਸੀਗੀ। ਉਹ ਸਾਜ਼ਿਸ਼ ਇਹ ਚੱਲੀ ਸੀ ਵੀ ਸਤਿਕਾਰ ਕਮੇਟੀ ਦੇ ਨਾਮ ਤੇ ਵੀ ਸਾਡੇ ਹੁਣ ਤੁਸੀਂ ਆ ਵੇਖਦੇ ਜੇ ਗੁਰਦੁਆਰਾ ਸਾਹਿਬ ਆਏ ਜੇ ਕੋਈ ਪ੍ਰਬੰਧ ਸੋਹਣਾ ਨਹੀਂ ਹੈਗਾ, ਉਹ ਸੱਚਖੰਡ ਆ, ਸਾਡੇ ਕੋਲ ਪਲਸਤਰ ਤੱਕ ਨਹੀਂ ਕਰਾਇਆ ਜਾ ਰਿਹਾ। ਹਾਂਜੀ, ਤੇ ਜੇ ਇੱਥੇ ਆਣ ਕੇ ਕਹਿ ਦੇਣ ਜੀ ਮਰਿਆਦਾ ਨਹੀਂ ਚੰਗੀ, ਮਰਿਆਦਾ ਨਹੀਂ ਚੰਗੀ, ਤਾਂ ਤੁਸੀਂ ਸਤਿਕਾਰ ਕਮੇਟੀ 'ਚ ਕਰਾ ਕੇ ਜਾਓ। ਪੰਥ ਦੇ ਕੋਲ ਪੈਸੇ ਦੀ ਕਮੀ ਆ, ਕਰਾ ਕੇ ਜਾਓ। ਇਹਨਾਂ ਦੀ ਮੁਹਿੰਮ ਚੱਲੀ ਸੀ ਵੀ ਇਹਨਾਂ ਨੂੰ ਤੰਗ ਕਰੋ, ਕਿਉਂਕਿ ਜਿਹੜੇ ਰਗਰੇਟੇ ਆ ਨਾ ਉਹ ਸਿੱਖੀ ਦੇ ਦਾਅਵੇਦਾਰ ਆ। ਉਹਨਾਂ ਨੂੰ ਕਲਗੀਆਂ ਤੋੜੇ ਦਿੱਤੇ ਆ, ਉਹਨਾਂ ਨੂੰ ਨਗਾਰੇ ਦਿੱਤੇ ਆ, ਧੌਂਸੇ ਦਿੱਤੇ ਆ, ਨਿਸ਼ਾਨ ਦਿੱਤੇ ਆ ਗੁਰੂ ਸਾਹਿਬ ਨੇ। ਆ ਖੰਡਾ ਬਾਟਾ ਸਿੱਖਾਂ ਨੂੰ, ਮਜ਼੍ਹਬੀ ਸਿੱਖਾਂ ਨੂੰ ਦਿੱਤਾ ਹੈ। ਇਹ ਗੁਰੂ ਕੇ ਪੁੱਤਰ ਨੇ, ਇਹ ਵਿਰਾਸਤ ਦੇ ਮਾਲਕ ਨੇ, ਇਹ ਦਾਅਵੇਦਾਰ ਆ ਵੀ ਇਹਨਾਂ ਨੂੰ ਪਾਸੇ ਕਰ ਦਿਓ। ਮੁੜ ਕੇ ਕੋਈ ਦਾਅਵੇਦਾਰ ਹੈ ਨਹੀਂਗਾ, ਆਪਾਂ ਠੇਕੇਦਾਰ ਬਣ ਜਾਵਾਂਗੇ। ਮਤਲਬ ਉਹ ਜਿਹੜੇ ਸਤਿਕਾਰ ਦੇ ਨਾਂ ਤੇ ਸਤਿਕਾਰ ਦੇ ਨਾਂ ਤੇ ਸੀ ਸਾਨੂੰ ਤੰਗ ਕਰਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੱਕ ਕੇ ਲੈ ਜਾਣੇ, ਸਰੂਪ ਚੱਕ ਕੇ ਲੈ ਜਾਣੇ, ਘਰਾਂ ਚੋਂ ਗੁਟਕੇ ਚੱਕ ਕੇ ਲੈ ਜਾਣੇ, ਫਿਰ ਇਹਨਾਂ ਨੇ ਮਹਾਰਾਜ ਦਾ ਸਰੂਪ ਨਾ ਦੇਣਾ ਵੀ ਇੱਥੇ ਸਤਿਕਾਰ ਨਹੀਂ ਹੈਗਾ ਜੀ। ਜੇ ਸਤਿਕਾਰ ਕਮੇਟੀ ਸੀ ਤੇ ਜਿੱਥੇ ਸਤਿਕਾਰ ਗਰੀਬ ਘਰ ਆ ਉਹਦੇ ਕੋਲ ਪ੍ਰਬੰਧ ਨਹੀਂ ਹੈਗਾ, ਸੋ ਆਪ ਜਾ ਕੇ ਕਰਨ, ਆਪ ਲੈ ਜਾਣ ਵੀ ਲੈ ਬਈ ਅਸੀਂ ਆਵਾਂਗੇ ਤੇਰਾ ਕਾਰਜ ਕਰਕੇ ਮਹਾਰਾਜ ਲੈ ਜਾਵਾਂਗੇ। ਤੇ ਇਹ ਤਾਂ ਰੋਕਦੇ ਸੀ, ਇਹਨਾਂ ਨੂੰ ਮਹਾਰਾਜ ਨਹੀਂ ਦੇਣਾ, ਇਹਨੂੰ ਮਹਾਰਾਜ ਨਹੀਂ ਦੇਣਾ। ਤੇ ਉਸ ਤੇ ਫਿਰ ਅਸੀਂ ਲੜਾਈ ਲੜੀ ਜੀ, ਉਸ ਚੀਜ਼ ਤੇ ਉਹ ਅਸੀਂ ਖਤਮ ਕੀਤੀ ਖੇਡ। ਹੁਣ ਇਹਨਾਂ ਨੇ ਨਵੀਂ ਖੇਡ ਚਲਾਤੀ ਵੀ ਨਹੀਂ ਜੀ ਇੱਕ ਪਿੰਡ ਇੱਕ ਗੁਰਦੁਆਰਾ। ਤੇ ਇਹ ਗੁਰਦੁਆਰੇ ਪਹਿਲਾਂ ਬਣੇ ਕਿਉਂ ਆ? ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਬੜਾ ਦੁੱਖ ਹੁੰਦਾ ਵੀ ਜਿਹੜੇ ਰਗਰੇਟੇ ਆ ਕੋਈ ਡੇਰਿਆਂ ਨੂੰ ਚਲੇ ਗਏ, ਰਾਧਾ ਸਵਾਮੀ ਨੂੰ ਚਲੇ ਗਏ, ਇਹ ਸਾਨੂੰ ਕਹਿੰਦੇ ਆ, ਟੌਰਚਰ ਕਰਦੇ ਆ। ਤੁਹਾਡੇ ਮਜ਼੍ਹਬੀ ਜ਼ਿਆਦਾ ਡੇਰਿਆਂ ਨੂੰ ਚਲੇ ਗਏ, ਰਾਧਾ ਸਵਾਮੀ ਨੂੰ ਚਲੇ ਗਏ, ਤੇ ਜਿਹੜਾ ਰਾਧਾ ਸਵਾਮੀ ਡੇਰੇ ਦਾ ਮਾਲਕ ਉਹ ਕੌਣ ਆ? ਉੱਥੇ ਗੱਲ ਨਹੀਂ ਕਰਦੇ, ਉੱਥੇ ਚੁੱਪ ਕਰ ਜਾਂਦੇ ਆ। ਡੇਰਾ ਹੈ ਕਿਹਦਾ ਹੈ? ਠੀਕ ਹੈ ਨਾ, ਇੱਕ ਜੱਟ ਦਾ ਡੇਰਾ ਹੈ ਤੇ ਮੇਰਾ ਕਿਸੇ ਜਾਤ ਨਾਲ ਕੋਈ ਵਿਤਕਰਾ ਨਹੀਂ ਆ, ਗੱਲ ਕਰਦੇ ਵੀ ਉਹ ਚੀਜ਼ ਨੂੰ ਦਬਾ ਜਾਂਦੇ ਆ ਤੇ ਸਾਨੂੰ ਟੌਰਚਰ ਕਰਦੇ ਆ। ਤੁਹਾਡੇ ਡੇਰਿਆਂ ਤੇ ਗਏ, ਸਾਨੂੰ ਕਹਿੰਦੇ ਤੁਹਾਡੇ ਸਾਈ ਬਣ ਜਾਇਆ। ਸਾਡੇ ਤਾਂ ਸਾਈ ਬਣਦੇ ਨੇ, ਉੱਥੇ ਧੂਆ ਮਰਾਉਣ ਡੇ ਨੇ, ਤੁਹਾਡੇ ਪਾਸਟਰ ਬਣ ਡੇ ਨੇ, ਲੁੱਟਣ ਡੇ ਨੇ, ਤੇ ਉਹ ਛੱਡ ਜਾਂਦੇ ਆ ਗੱਲ। ਇਹ ਚੀਜ਼ਾਂ ਜਦੋਂ ਅਸੀਂ ਪਿੰਡਾਂ 'ਚ ਜਾ ਕੇ ਆਪਦੀ ਕੌਮ ਨੂੰ, ਸਾਨੂੰ ਇਸ ਦਾ ਮਤਲਬ ਨਹੀਂ ਕੋਈ ਸਾਈ ਬਣੇ ਜੋ ਮਰਜ਼ੀ ਬਣੇ, ਅਸੀਂ ਮਜ਼੍ਹਬੀ ਸਿੱਖਾਂ ਨੂੰ ਗੁਰੂ ਨਾਲ ਜੋੜਨ ਵਾਸਤੇ ਵੀ ਯਾਰ ਤੁਸੀਂ ਗੁਰੂ ਦੇ ਪੁੱਤਰ ਜੀ, ਤੁਹਾਡੇ ਤੇ ਮਾਣ ਕੀਤਾ, ਤੁਸੀਂ ਦੂਰ ਕੋ ਜਾਂਦੇ ਜੀ। ਉਹਨਾਂ ਨੂੰ ਕਹਿੰਦੇ ਵੀ ਤੁਸੀਂ ਗੁਰਦੁਆਰੇ ਜਾਇਆ ਕਰੋ, ਪ੍ਰਕਾਸ਼ ਮਹਾਰਾਜ ਦਾ ਉੱਥੇ ਮੱਥਾ ਟੇਕਿਆ ਕਰੋ, ਸਾਰੇ ਕਾਰਜ ਕਰਿਆ ਕਰੋ। ਉਹ ਕਹਿੰਦੇ ਸਾਨੂੰ ਵੜਨ ਨਹੀਂ ਦਿੰਦੇ, ਸਾਡੇ ਭਾਂਡੇ ਵੱਖਰੇ ਰੱਖਦੇ ਆ, ਸਾਨੂੰ ਉੱਥੇ ਖਲੋਣ ਨਹੀਂ ਦਿੰਦੇ, ਸਾਨੂੰ ਉੱਥੇ ਮਹਾਰਾਜ ਸਰੂਪ ਨਹੀਂ ਦਿੰਦੇ। ਅਸੀਂ ਤਾਂ ਗਏ ਆ। ਤੇ ਫਿਰ ਅਸੀਂ ਉਹਨੂੰ ਕਹਿੰਦੇ ਵੀ ਸਰੂਪ ਉਹਨਾਂ ਦੇ ਬਾਪ ਦਾ ਹੈ, ਗੁਰੂ ਸਾਡਾ ਹੈ, ਅਸੀਂ ਗੁਰੂ ਦੇ ਪੁੱਤਰ ਆ। ਮਹਾਰਾਜ ਨੇ ਇਹ ਨਹੀਂ ਸੀ ਕਿਹਾ ਵੀ ਰਗਰੇਟੇ ਗੋਬਿੰਦ ਸਿੰਘ ਦੇ ਬੇਟੇ, ਨਾ ਹੀ ਇਹ ਕਿਹਾ ਸੀ ਰਗਰੇਟੇ ਤੇਗ ਬਹਾਦਰ ਦੇ ਬੇਟੇ। ਉਹਨਾਂ ਕਿਹਾ ਰਗਰੇਟੇ ਗੁਰੂ ਕੇ ਬੇਟੇ। ਤੇ ਗੁਰੂ ਕੌਣ ਆ? ਗੁਰੂ ਗ੍ਰੰਥ ਸਾਹਿਬ ਜੀ।
ਅਸੀਂ ਗੁਰੂ ਦੇ ਪੁੱਤਰ ਆ, ਅਸੀਂ ਦਾਅਵੇਦਾਰ ਆ। ਤੇ ਤੁਸੀਂ ਆਪਦੀਆਂ ਜਿਹੜੀਆਂ ਧਰਮਸ਼ਾਲਾ ਨੇ ਉੱਥੇ ਰੱਖੋ ਮਹਾਰਾਜ, ਨਿਸ਼ਾਨ ਸਾਹਿਬ ਚੜਾ ਲਓ, ਜਿੰਨਾ ਕੁ ਚੜਾ ਲਓ, 20 ਫੁੱਟ ਚੜਾ ਲਓ, 10 ਫੁੱਟ ਚੜਾ ਲਓ, ਤੇ ਉੱਥੇ ਪ੍ਰਕਾਸ਼ ਕਰੋ ਤੇ ਉੱਥੇ ਤੁਸੀਂ ਸਤਸੰਗ ਕਰਿਆ ਕਰੋ। ਉਹਨਾਂ ਦੀ ਸਮਝ ਵਿੱਚ ਆਉਣ ਲੱਗ ਗਿਆ। ਹੁਣ ਪਿੰਡੋਂ ਪਿੰਡ ਇੱਕ ਗੁਰਦੁਆਰਾ ਰਗਰੇਟਿਆਂ ਦਾ ਬਣਨ ਲੱਗ ਗਿਆ। ਹੁਣ ਇਹਨਾਂ ਨੂੰ ਇਹ ਤਕਲੀਫ ਸ਼ੁਰੂ ਹੋ ਗਈ ਵੀ ਯਾਰ ਇਹ ਤੇ ਫੇਰ ਗੁਰੂ ਨਾਲ ਜੁੜੀ ਜਾਂਦੇ ਆ, ਫਿਰ ਗੁਰੂ ਨੇ ਹੁਣ ਉਹਨਾਂ ਨੇ ਇਹ ਚਾਲ ਚੱਲ ਦਿੱਤੀ ਵੀ ਇੱਕ ਪਿੰਡ 'ਚ ਇੱਕ ਗੁਰਦੁਆਰਾ। ਮੰਨ ਲਓ ਜੇ ਤੁਹਾਡਾ ਦਿਲ ਸਾਫ਼ ਆ ਹੈਨਾ ਵੀ ਤੁਸੀਂ ਚਾਹੁੰਦੇ ਜੇ ਵੀ ਪੰਥ 'ਚ ਏਕਤਾ ਆਵੇ ਤੇ ਇੱਕ ਪਿੰਡ 'ਚ ਇੱਕ ਗੁਰਦੁਆਰਾ ਹੋਵੇ, ਤੁਹਾਡਾ ਢਾਓ, ਸਾਡੇ ਗੁਰਦੁਆਰੇ ਮੱਥਾ ਟੇਕਣਾ ਆਓ, ਸਾਨੂੰ ਤਕਲੀਫ ਹੀ ਕੋਈ ਨਹੀਂ। ਬਿਲਕੁਲ ਸਾਡੇ ਵਾਲਾ ਢਵਾ ਕੇ ਜਿਹੜੇ ਅਸੀਂ ਸਰੂਪ ਇੰਤਜ਼ਾਮ ਹੁਣ ਕਿੱਦਾਂ ਹੁਣ ਸਰੂਪ ਲਿਆਉਣਾ ਬੜਾ ਔਖਾ ਹੋ ਗਿਆ, ਬੜਾ ਪ੍ਰੋਸੀਜਰ ਦਾ ਔਖਾ ਹੋ ਗਿਆ। ਇੱਕ ਵਾਰੀ ਗੁਰਦੁਆਰੇ ਢਵਾ ਕੇ ਸਰੂਪ ਲੈ ਜਾਓ ਚੁੱਕ ਕੇ ਗੁਰਦੁਆਰੇ ਇਹਨਾਂ ਦੇ, ਉਦੋਂ ਬਾਅਦ ਇਹਨਾਂ ਦੇ ਨਾਲ ਫਿਰ ਉਹੀ ਸਲੂਕ ਕਰੋ ਤੇ ਉਦੋਂ ਬਾਅਦ ਇਹਨਾਂ ਨੂੰ ਸਰੂਪ ਲਿਆਉਣਾ ਹੀ ਔਖਾ ਹੋ ਜਾਊਗਾ। ਹੁਣ ਤੇ ਪੁਰਾਣੇ ਸਰੂਪ ਸੰਭਾਲੇ ਸਾਡੇ ਬਜ਼ੁਰਗਾਂ ਦੇ ਤੇ ਹੈਗੇ ਨੇ ਸਾਡੇ ਕੋਲ, ਇਹ ਚੁੱਕ ਕੇ ਗੁਰਦੁਆਰੇ ਲੈ ਜਾਓ ਤੇ ਮੁੜ ਕੇ ਇਹਨਾਂ ਨੂੰ ਫਿਰ ਉਸੇ ਤਰ੍ਹਾਂ ਟੌਰਚਰ ਕਰੋ ਤੇ ਫਿਰ ਇਹਨਾਂ ਨੂੰ ਬਾਅਦ ਚ ਸਰੂਪ ਨਹੀਂ ਮਿਲਣੇ, ਬਣਾਉਣਗੇ ਕਿੱਦਾਂ ਗੁਰਦੁਆਰੇ? ਇਹ ਸਾਜ਼ਿਸ਼ ਹੈ, ਇਹ ਸਾਜ਼ਿਸ਼ ਆ। ਜੇ ਸੱਚਮੁੱਚ ਇਹ ਏਕਤਾ ਚਾਹੁੰਦੇ ਆ, ਏਕਾ ਕਰਨਾ ਚਾਹੁੰਦੇ, ਇੱਕ ਗੁਰਦੁਆਰਾ ਰੱਖਣਾ ਚਾਹੁੰਦੇ ਆ ਤੇ ਇਹ ਆਪਦੇ ਗੁਰਦੁਆਰੇ ਛੱਡਣ ਤੇ ਸਾਡੇ ਗੁਰਦੁਆਰੇ ਮੱਥਾ ਟੇਕਣ ਆਉਣ। ਸਾਡੀ ਤਾਂ ਪਾਵਰ ਹੀ ਨਹੀਂ ਵੀ ਅਸੀਂ ਤੋੜੀਏ ਗੁਰੂ ਨਾਲ, ਅਸੀਂ ਤਾਂ ਜੋੜਨਾ ਹੈ। ਆਉਣ ਮੱਥਾ ਟੇਕਣ, ਸੇਵਾ ਕਰਨ। ਇੱਕ ਬਾਬਾ ਜੀ ਜਿਵੇਂ ਸਾਡੀ ਸਿੱਖਾਂ ਦੀ ਇੱਕ ਸੰਸਥਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਫੀ ਜਦੋਜਹਿਦ ਤੇ ਕੁਰਬਾਨੀਆਂ ਤੋਂ ਬਾਅਦ ਬਣੀ ਆ, ਤੁਸੀਂ ਕਦੇ ਇਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਪ੍ਰਚਾਰਕ ਦਿਓ ਜਾਂ ਕੁਝ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ? ਬੜੀ ਵਾਰੀ ਕੀਤੀ ਆ, ਮੰਗ ਪੱਤਰ ਵੀ ਦਿੱਤੇ ਆ, ਮੀਟਿੰਗਾਂ ਵੀ ਹੋਈਆਂ ਨੇ ਕਿ ਸਾਨੂੰ ਇੱਕ ਬੱਸ ਦਿਓ ਤੇ ਸਾਨੂੰ ਕਕਾਰ ਦਿਓ ਤੇ ਸਾਨੂੰ ਸਰੋਪੇ ਦਿਓ, ਤੇਲ ਤੂਲ ਦਾ ਖਰਚਾ ਦੇ ਦਿਆ ਕਰੋ। ਅਸੀਂ ਪਿੰਡਾਂ 'ਚ ਜਾਵਾਂਗੇ, ਸਾਡੇ ਭਾਈਚਾਰੇ ਦੇ ਵਿਹੜੇ 'ਚ ਜਾਵਾਂਗੇ, ਉਹਨਾਂ ਨੂੰ ਪ੍ਰੇਰਾਂਗੇ, ਦੱਸਾਂਗੇ ਤੇ ਅਸੀਂ ਕਰਾਂਗੇ ਪ੍ਰਚਾਰ। ਇਹਨਾਂ ਸਾਨੂੰ ਲਾਰੇ ਲਾਏ। ਮੈਂ ਪੱਗ ਬੰਨ੍ਹਦਾ ਸੀਗਾ ਸਿੰਘ ਸਾਹਿਬ ਵਾਲੀ, ਜਿਹੜੇ ਜਥੇਦਾਰ ਸਾਹਿਬ ਬੰਨ੍ਹਦੇ ਨੇ ਉਸ ਸਟਾਈਲ, ਕਿਉਂਕਿ ਮੈਂ ਨੌਕਰੀ ਕਰਦਾ ਸੀਗਾ ਤੇ ਕੁੜਤਾ ਪਜਾਮਾ ਪਾਉਂਦਾ ਸੀ, ਚੋਲਾ ਹੁੰਦਾ ਸੀ ਮੇਰਾ ਕਲੀਆਂ ਵਾਲਾ, ਪਜਾਮੀ ਹੁੰਦੀ ਸੀ। ਤੇ ਮੈਂ ਉਹ ਮੀਟਿੰਗ 'ਚ ਬੈਠਾ ਸੀ, ਜਥੇਦਾਰ ਬਾਬਾ ਮੇਜਰ ਸਿੰਘ ਜੀ ਕਿਤੇ ਗਏ ਹੋਣਗੇ ਪਾਸੇ ਆਸੇ ਬਾਥਰੂਮ ਵਗੈਰਾ ਕਰਨ, ਤੇ ਮੈਂ ਉੱਥੇ ਬਾਬਾ ਮੇਜਰ ਸਿੰਘ ਜੀ ਤੁਹਾਡੀ ਸੰਸਥਾ ਦੇ ਉਹ ਜੀ ਨਿਹੰਗ ਸਿੰਘ ਮਿਸਲਾਂ ਦੇ ਵਿੱਚ ਜੀ ਦਸ਼ਮੇਸ਼ ਤਰਨਾ ਦਲ ਜੀ, ਮਿਸਲ ਬਾਬਾ ਵੀਰ ਸਿੰਘ ਧੀਰ ਸਿੰਘ ਜਿਹੜੇ ਨਿਸ਼ਾਨੇ ਦੇ ਮੂਹਰੇ ਖੜੇ ਸੀ ਜੀ ਜੀ, ਇਹ ਗੁਰੂ ਗੋਬਿੰਦ ਸਿੰਘ ਦੀ ਥਾਪੀ ਹੋਈ ਮਿਸਲ ਹੈ, ਇਸ ਕਰਕੇ ਤਰਨਾ ਦਲ ਬਹੁਤ ਆ, ਦਸ਼ਮੇਸ਼ ਤਰਨਾ ਦਲ ਇੱਕੋ ਹੀ ਆ। ਉਸ ਮਿਸਲ ਦੇ ਮੌਜੂਦਾ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਆ ਜੀ ਜੀ, ਤੇ ਉਹਨਾਂ ਵੱਲੋਂ ਦਲ ਪੰਥ ਦਾ ਹੈੱਡ ਪ੍ਰਚਾਰਕ ਜਿਹਨੂੰ ਮੁੱਖ ਬੁਲਾਰਾ ਕਹਿ ਦਈਏ ਦਾਸ ਆ, ਠੀਕ ਹੈ ਜੀ। ਤੇ ਅਸੀਂ ਇਸ ਕਰਕੇ ਪ੍ਰੋਗਰਾਮ ਲੀਕਦੇ ਆ ਗੁਰਮਤਿ ਨਾਲ ਜੀ, ਤੇ ਅਸੀਂ ਇਹਨਾਂ ਦੇ ਕੋਲੋਂ ਮੰਗ ਰੱਖੀ ਸੀ ਪਰ ਇਹਨਾਂ ਨੇ ਸਾਡੀ ਸੁਣੀ ਨਹੀਂ। ਇਹਨਾਂ ਨੇ ਮੇਰੇ ਬਾਰੇ ਜਾਣਦੇ ਨਹੀਂ ਸੀ, ਮੈਂ ਉਦੋਂ ਪੂਨੇ ਚੋਂ ਨਵਾਂ ਆਇਆ ਸੀਗਾ, ਠੀਕ ਹੈ ਜੀ। ਤੇ ਚੋਲਾ ਪੱਗ ਨੁੱਕਰ ਵਾਲੀ ਬੱਧੀ ਹੋਈ ਸੀ, ਮੈਂ ਸਿੰਘ ਸਾਹਿਬ ਸਿੰਗਲ ਪੱਗ, ਤੇ ਉਹ ਬੈਠੇ ਬਾਬਾ ਜੀ ਬਾਹਰ ਗਏ, ਸ਼ਾਇਦ ਬਾਥਰੂਮ ਗਏ, ਮਗਰੋਂ ਆਪਸ ਵਿੱਚ ਕਰਨ ਲੱਗ ਪਏ। ਇਹਨਾਂ ਚੂੜੇ ਚੱਪਿਆਂ ਨੂੰ ਅੰਮ੍ਰਿਤ ਛਕਾ ਕੇ ਅਸੀਂ ਸਿਰ ਤੇ ਬਾਉਣਾ ਆਪਦੇ। ਸ਼੍ਰੋਮਣੀ ਕਮੇਟੀ ਵਾਲੇ, ਸ਼੍ਰੋਮਣੀ ਕਮੇਟੀ ਵਿੱਚ ਬੰਦੇ ਜਿਹੜੇ ਉੱਥੇ ਕੋਈ ਸੇਵਾਦਾਰ ਜਾਂ ਕੋਈ ਜਿਹੜੇ ਪ੍ਰਬੰਧਕ ਸੀ, ਜਿਨ੍ਹਾਂ ਦੇ ਨਾਲ ਮੀਟਿੰਗਾਂ ਕਰਦੇ ਹੁੰਦੇ ਸੀ, ਇਹ ਇਹਨਾਂ ਨੂੰ ਸਿਰ ਤੇ ਬਾਉਣਾ, ਇਹ ਸ਼ਬਦ ਉਹਨਾਂ ਨੇ ਵਰਤੇ, ਚੂੜੇ ਚਮਾਰਾਂ ਨੂੰ ਅੰਮ੍ਰਿਤ ਛਕਾ ਕੇ ਅਸੀਂ ਆਪਦੇ ਸਿਰ ਤੇ ਬਾਉਣਾ। ਤੇ ਉਦੋਂ ਬਾਅਦ ਮੈਂ ਬਾਬਾ ਜੀ ਨੂੰ ਦੱਸੀ, ਮੈਂ ਕਿਹਾ ਵੀ ਬਾਬਾ ਜੀ ਐਵੇਂ ਸਿਰ ਦਿਮਾਗ ਖਰਾਬ ਕਰਨ ਦੀ ਲੋੜ ਨਹੀਂ, ਇਹਨਾਂ ਨਾ ਤੁਹਾਨੂੰ ਕੁਝ ਦੇਣਾ ਨਾ ਇਹਨਾਂ ਸਪੋਰਟ ਕਰਨੀ ਆ, ਜੋ ਕੁਝ ਕਰਨਾ ਆਪਣੇ ਬਲ ਤੇ ਕਰੋ। ਹੁਣ ਅਸੀਂ ਜਿਹੜੇ ਸਾਡੀ ਕੌਮ ਦੇ ਅਮੀਰ ਲੋਕ ਆ ਜੀ, ਜੇ ਸਾਨੂੰ ਪਤਾ ਲੱਗ ਜੇ, ਜਿਵੇਂ ਇੱਥੇ ਹੁਣ ਸਰਦਾਰ ਜਸਕਰਨ ਸਿੰਘ ਜੀ SP ਆ ਜੀ, ਬੜੇ ਹੀ ਗੁਰੂ ਦੀ ਕਿਰਪਾ ਉਹਨਾਂ ਤੇ, ਉਹਨੇ ਕਮ ਸੇ ਕਮ ਰੁਪਈਆ 10 ਲੱਖ ਖਰਚ ਕੀਤਾ। ਉਹ ਮੈਨੂੰ ਕਿਤਾਬਾਂ ਲੱਭ ਕੇ ਮੇਰੀ ਸਪੋਰਟ ਕਰਦੇ ਆ। ਸਾਡੀ ਜਿਹੜੀ ਆਪਣਾ ਨਾ ਰਿਕਾਰਡ ਜਿਹੜਾ ਹੁਣ ਪੰਜਾਬ ਦਾ ਰਿਕਾਰਡ ਆ ਪੂਰਾ ਪੁਰਾਣਾ, ਜਿਹੜਾ ਮੁਗਲਾਂ ਵੇਲੇ ਦਾ, ਅੰਗਰੇਜ਼ਾਂ ਵੇਲੇ ਦਾ, ਉਹ ਸਾਰਾ ਰਿਕਾਰਡ ਜਿਹੜਾ ਲਾਹੌਰ 'ਚ ਪਿਆ ਹੈ, ਕਿਉਂਕਿ ਲਾਹੌਰ ਰਾਜਧਾਨੀ ਸੀ। ਉਦੋਂ ਬਾਅਦ ਪਾਕਿਸਤਾਨ ਬਣ ਗਿਆ ਤੇ ਪੰਜਾਬ ਦੀ ਰਾਜਧਾਨੀ ਇੱਧਰ ਆ ਗਈ ਚੰਡੀਗੜ੍ਹ। ਇੱਥੇ ਸਾਡਾ ਕੋਈ ਰਿਕਾਰਡ ਨਹੀਂ ਹੈਗਾ, ਉੱਥੇ ਸਾਡਾ ਰਿਕਾਰਡ ਰੰਗਰੇਟਾਂ ਦਾ ਸਾਰਾ ਬੋਲਦਾ। ਇਹ ਉੱਥੇ ਜਾਂਦੇ ਨਹੀਂ, ਇਹ ਫਰੋਲਦੇ ਨਹੀਂ, ਕਿਉਂਕਿ ਸਾਡਾ ਰਿਕਾਰਡ ਹੈ ਉੱਥੇ, ਇਹਨਾਂ ਦਾ ਗਦਾਰੀਆਂ ਦਾ, ਸਾਡਾ ਵਫਾਦਾਰੀਆਂ ਦਾ। ਇਸ ਕਰਕੇ ਉਹ ਸਰਦਾਰ ਜੀ ਇਹੋ ਜਿਹੇ, ਹੋਰ ਇੱਕ ਸਰਦਾਰ ਜਸਵੰਤ ਸਿੰਘ ਜੀ, ਉਹਨਾਂ ਨੇ ਵੀ ਬੜੀ ਜਦੋਜਹਿਦ ਕੀਤੀ ਆ, ਖੋਜ ਕਰਕੇ ਲਿਆਂਦੀਆਂ ਨੇ ਗੱਲਾਂ। ਸਰਦਾਰ ਨਰਿੰਦਰ ਸਿੰਘ RP, ਡਾਕਟਰ ਸਵਰਨ ਸਿੰਘ ਜੀ, ਡਾਕਟਰ ਸਵਰਨ ਸਿੰਘ ਜੀ ਨੇ ਲਾਹੌਰ ਜਾ ਕੇ ਸਾਰੀ ਖੋਜ ਕਰਕੇ ਲਿਆਂਦੀ, ਹਾਂਜੀ, ਤੇ ਉਹਨਾਂ ਨੇ ਲਿਆਂਦੀ ਕੱਢ ਕੇ ਖੋਜ। ਇਹਨਾਂ ਸਰਦਾਰਾਂ ਨੂੰ ਅਸੀਂ ਹੁਣ ਆਪਣੇ ਨਾਲ ਜੋੜਦੇ ਪਏ ਆ, ਇਹਨਾਂ ਕੋਲ ਜਾ ਕੇ ਅਸੀਂ ਵਾਸਤੇ ਪਾਉਣੇ ਆ। ਉਹ ਗੱਲ ਸੁਣੋ, ਤੁਹਾਨੂੰ ਗੁਰੂ ਗੋਬਿੰਦ ਸਿੰਘ ਨੇ ਛਾਤੀ ਨਾਲ ਲਾਇਆ, ਅੱਜ ਤੁਸੀਂ ਵੱਡੇ ਵੱਡੇ ਅਫਸਰ ਜੇ, ਤੁਸੀਂ ਨੋਟਾਂ ਦੇ ਵਿੱਚ ਖੇਡਦੇ ਜੇ, ਆਪਣੀ ਕੌਮ ਵੱਲ ਵੀ ਝਾਤ ਮਾਰੋ, ਤੁਹਾਡੀ ਕੌਮ ਦਾ ਕੀ ਬੁਰਾ ਹਾਲ ਆ। ਤੇ ਤੁਹਾਨੂੰ ਤੁਹਾਡੇ ਵੱਡਿਆਂ ਨੇ ਵੀ ਮਾਫ ਨਹੀਂ ਕਰਨਾ,
ਤੇ ਤੁਹਾਨੂੰ ਤੁਹਾਡੇ ਆ ਨਿੱਕਿਆਂ ਨੇ ਵੀ ਮਾਫ ਨਹੀਂ ਕਰਨਾ ਜੇ ਤੁਸੀਂ ਕੌਮ ਵਾਸਤੇ ਕੁਝ ਨਾ ਕੀਤਾ। ਜੀ ਕੁਝ ਨਜ਼ਰਅੰਦਾਜ਼ ਕਰ ਦਿੰਦੇ ਆ, ਕੁਝ ਜਾਗਦੇ ਆ। ਜਿਹੜੇ ਜਾਗਦੇ ਆ ਉਹ ਸਾਨੂੰ ਕਹਿੰਦੇ ਵੀ ਬਾਬਾ ਜੀ ਘਬਰਾਓ ਨਾ, ਅਸੀਂ ਤੁਹਾਡੇ ਨਾਲ ਖੜੇ ਆ ਤੇ ਤੁਸੀਂ ਤਗੜੇ ਹੋਵੋ। ਤੇ ਅਸੀਂ ਆਪਦੀ ਕੌਮ ਦੇ ਅੱਗੇ ਹੁਣ ਮੰਗ ਰੱਖੀ ਆ, ਮੈਂ ਰੱਖੀ ਮੰਗ ਵੀ ਮੈਨੂੰ 1 ਰੁਪਈਆ ਰੋਜ਼ ਦਾ ਦਿਓ। ਮਜਬੀ ਸਿੱਖਾਂ ਨੂੰ ਕਿਹਾ ਵੀ ਮੈਂ ਗ੍ਰੰਥਾਂ ਦੀ ਖੋਜ ਕਰਾਂ, ਗ੍ਰੰਥਾਂ ਦੀ ਭਾਲ ਕਰਾਂ। ਮੈਂ ਆਪਦੀ ਗੱਡੀ, ਮੈਨੂੰ ਗੱਡੀ ਪੰਥ ਵੱਲੋਂ ਮਿਲੀ, ਦਲ ਪੰਥ ਵੱਲੋਂ, ਸਕਾਰਪੀਓ ਗੱਡੀ ਬਾਬਾ ਮੇਜਰ ਸਿੰਘ ਸਾਹਿਬ ਜੀ ਉਹਨਾਂ ਨੇ ਪ੍ਰਚਾਰ ਲਈ ਦਿੱਤੀ ਮੈਨੂੰ। ਉਸ ਗੱਡੀ ਤੇ ਟੁੱਟ ਭੱਜ ਵੀ ਹੁੰਦੀ, ਪੁਰਾਣੀ ਗੱਡੀ ਆ, ਇੱਕ ਉਹ ਤੇਲ ਵੀ ਜ਼ਿਆਦਾ ਪੀਂਦੀ ਆ, ਪੁਰਾਣੀ ਗੱਡੀ ਆ। ਤੇ ਮੈਂ ਜਾਵਾਂ, ਸਾਡੀ ਕੌਮ ਜਿਹੜੀ ਗਰੀਬ ਜਨਤਾ ਉਹ ਗੱਡੀ ਦਾ ਤੇਲ ਪਾਣੀ ਵੀ ਨਹੀਂ ਦਿੰਦੀ ਕਈ ਵਾਰੀ, ਤੇ ਮੈਂ ਜਾਵਾਂ ਮੈਨੂੰ ਟੈਨਸ਼ਨ ਨਾ ਹੋਵੇ ਵੀ ਮੇਰੀ ਗੱਡੀ ਦੇ ਵਿੱਚ ਤੇਲ ਨਹੀਂ ਹੈਗਾ। ਆ ਹੁਣ ਖਰਾਬ ਹੋ ਗਈ ਸੀ ਤੇ ਇਹ 15-20 ਦਿਨ ਖੜੀ ਰਹੀ, ਮੇਰੇ ਕੋਲ ਪੈਸੇ ਨਹੀਂ ਬਣੇ, ਇਹ ਤਿਆਰ ਨਹੀਂ ਕੀਤੀ ਗਈ। ਫਿਰ ਮੇਰੀ ਕੌਮ ਨੇ ਮੈਨੂੰ ਜਦੋਂ ਪਤਾ ਲੱਗਾ ਉਹਨਾਂ ਨੂੰ ਵੀ ਵਿਦਿਆਰਥੀ ਦੀ ਗੱਡੀ ਖਰਾਬ ਹੋਈ ਪਈ ਆ, ਤੇ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਵੀ ਵਿਦਿਆਰਥੀ ਜੀ ਤੁਸੀਂ ਘਬਰਾਉਣਾ ਨਹੀਂ, ਡਟੇ ਰਹੋ, ਅਸੀਂ ਤੁਹਾਡੇ ਨਾਲ ਖੜੇ ਆ। ਤੇ ਅਸੀਂ ਤੁਹਾਨੂੰ, ਉਹਨਾਂ ਨੇ ਪੈਸੇ ਵੀ ਭੇਜੇ, ਮੈਂ ਉਹ ਗੱਡੀ ਦੇ ਉੱਤੇ ਲਾਏ, ਗੱਡੀ ਫਿਰ ਚਾਲੂ ਕਰ ਲਈ। ਤੇ ਮੈਂ ਤੁਹਾਡੇ ਚੈਨਲ ਰਾਹੀਂ ਵੀ ਆਪਣੀ ਕੌਮ ਨੂੰ ਅਪੀਲ ਕਰਦਾ, ਅਸੀਂ ਜਾ ਕੇ ਵੀ ਕੀਤੀ ਆ ਵੀ ਅੱਗੇ ਆਓ, 1 ਰੁਪਈਆ ਭਿਖਾਰੀ ਨੂੰ ਵੀ ਦੇ ਦੀਦਾ, ਮੈਨੂੰ ਆਪਦੀ ਕੌਮ ਦਾ ਭਿਖਾਰੀ ਸਮਝ ਲਓ ਤੇ 1 ਰੁਪਈਆ ਮੇਰੇ ਅਕਾਊਂਟ 'ਚ ਰੋਜ਼ ਦਾ ਪਾ ਦਿਓ ਤੇ ਵੇਖਿਓ ਫਿਰ ਮੈਂ ਕੌਮ ਨੂੰ ਜਗਾਉਣਾ ਕਿ ਨਹੀਂ ਜਗਾਉਂਦਾ। ਤੇ ਇੱਦਾਂ ਜਾ ਕੇ ਘਰੋਂ ਘਰੀ ਸੀ ਜਿਹੜੇ ਵੱਡੇ ਸਰਦਾਰ ਜਿਹੜੇ ਜਿਨ੍ਹਾਂ ਦੇ ਕੋਲ ਜਾਇਦਾਦਾਂ ਨੇ, ਜ਼ਮੀਨਾਂ ਨੇ, ਪ੍ਰਾਪਰਟੀਆਂ ਨੇ, ਵੱਡੇ ਅਫਸਰ ਨੇ, ਰਿਟਾਇਰ ਅਫਸਰ ਨੇ ਕਈ, ਉਹਨਾਂ ਕੋਲ ਜਾ ਕੇ ਹੱਥ ਜੋੜ ਕੇ ਬੇਨਤੀ ਕਰੀਦੀ ਆ। ਕੋਈ ਸਾਡੇ ਨਾਲ ਸਹਿਮਤ ਹੋ ਜਾਂਦਾ, ਕੋਈ ਨਜ਼ਰਅੰਦਾਜ਼ ਕਰ ਦਿੰਦਾ, ਅਸੀਂ ਆਪ ਦਾ ਲਗਨ ਨਾਲ ਕੰਮ ਕਰੀ ਜਾਂਦੇ ਆ। ਜਿੱਦਣ ਸਾਡੀ ਕੌਮ ਜਾਗ ਗਈ ਤੇ ਘੱਟ ਕਿਸੇ ਨਾਲੋਂ ਨਹੀਂ, ਅਸੀਂ ਆਪ ਦੇ ਸਥਾਨ ਵੀ ਬਣਾਵਾਂਗੇ, ਅਸੀਂ ਆਪ ਦਾ ਸਾਰਾ ਕੁਝ ਪ੍ਰਬੰਧ ਕਰ ਲਾਂਗੇ। ਅੱਜ ਸਾਡੀ ਕੌਮ ਸੁੱਤੀ ਪਈ ਆ। ਕੁਝ ਜਿਹੜੇ ਸਾਡੇ ਪੜ੍ਹੇ ਲਿਖੇ ਤੇ ਅਮੀਰ ਤਬਕੇ ਦੇ ਨੇ, ਜਿਨ੍ਹਾਂ ਨੂੰ ਸਤਿਗੁਰੂ ਨੇ ਬਰਕਤਾਂ ਦਿੱਤੀਆਂ ਨੇ, ਉਹਨਾਂ ਕੋਲ ਜਾ ਕੇ ਵੀ ਅਪੀਲ ਕਰੀਦੀ ਆ। ਤਾਂ ਮੈਂ ਤੁਹਾਡੇ ਚੈਨਲ ਰਾਹੀਂ ਵੀ ਅਪੀਲ ਕਰਦਾ ਕਿ ਸਾਨੂੰ ਜ਼ਰੂਰ ਸਪੋਰਟ ਕਰੋ ਤਾਂ ਕਿ ਅਸੀਂ ਕੌਮ ਦਾ ਕੁਝ ਕਰ ਸਕੀਏ। ਪੰਜਾਬ ਦੇ ਵਿੱਚ ਕੁਝ ਡੇਰੇ ਨੇ ਹਾਂਜੀ, ਜਿਹੜੇ ਜਿੱਥੇ ਸ਼ਰੇਆਮ ਸੁਣਨ ਦੇ ਵਿੱਚ ਇਹ ਆਉਂਦਾ ਕਿ ਉਹ ਲੰਗਰ ਜਿਹੜਾ ਆ ਮਜਬੀ ਸਿੱਖਾਂ ਦਾ, ਤਾਂ ਜਿਹੜੇ ਦੂਸਰੀ ਬਰਾਦਰੀ ਦੇ ਉੱਚੀ ਜਾਤ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ, ਉਹਨਾਂ ਦਾ ਅਲੱਗ ਤੋਂ ਪ੍ਰਬੰਧ ਕਰਦੇ ਨੇ ਖਾਣ ਪੀਣ ਦਾ, ਹਨਾ। ਤੇ ਇਹ ਵੀ ਸੁਣਨ 'ਚ ਆਇਆ, ਮੈਂ ਅੱਖੀਂ ਤਾਂ ਨਹੀਂ ਦੇਖਿਆ, ਲੇਕਿਨ ਜਿਹੜੇ ਜਾਣਕਾਰ ਨੇ ਦੱਸਦੇ ਨੇ, ਜਿਹੜੇ ਗਏ ਹੋਏ ਨੇ ਡੇਰਿਆਂ 'ਚ, ਉਹ ਦੱਸਦੇ ਨੇ ਵੀ ਖੰਡੇ ਬਾਟੇ ਦੀ ਪਹੁਲ ਵੀ ਅਲੱਗ-ਅਲੱਗ ਛਕਾਈ ਜਾਂਦੀ ਆ। ਇਹਦੇ ਵਿੱਚ ਤੁਸੀਂ ਕਿੰਨੀ ਕੁ ਸੱਚਾਈ ਸਮਝਦੇ ਹੋ ਔਰ ਕਿਹੜੇ ਡੇਰੇ ਹੋ ਸਕਦੇ ਨੇ? ਕੀ ਤੁਸੀਂ ਕੋਈ ਨਿਸ਼ਾਨਦੇਹੀ ਕੀਤੀ ਇਹਨਾਂ ਦੇ? ਸਾਰੇ ਡੇਰੇ ਨਹੀਂ ਆ ਜੀ, ਕੁਝ ਕੁ ਡੇਰੇ ਆ ਜੀ। ਨਾਨਕਸਰੀਆਂ ਦੇ ਵਿੱਚ ਵੀ ਕੁਝ ਕੁ ਡੇਰੇ ਹੈ, 1-2 ਹੋਰ ਵੀ ਕਈਆਂ 'ਚ ਹੈ। ਔਰ ਰੂਮੀ ਵਾਲੇ ਸਭ ਤੋਂ ਜ਼ਿਆਦਾ, ਜਿਹੜੇ ਭੁੱਚੋ ਵਾਲੇ ਆ, ਉਹ ਸਭ ਤੋਂ ਜ਼ਿਆਦਾ ਕਰਦੇ ਆ ਜੀ ਵਿਤਕਰਾ ਇਸ ਚੀਜ਼ ਦਾ। ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਦੇ ਆ। ਇੱਥੇ ਅਜਨਾਲਾ ਇਲਾਕੇ ਦੇ ਵਿੱਚ ਜੀ 25 ਦੀਵਾਨ ਸੀ, ਉੱਥੋਂ ਦਾ ਜਿਹੜਾ ਬਾਬਾ ਸੁੱਖਾ ਸਿੰਘ ਆ, ਉਹਦੇ 25 ਦੀਵਾਨ ਸੀ। ਅਸੀਂ ਫਲੈਕਸਾਂ ਲੱਗੀਆਂ ਵੇਖੀਆਂ ਤੇ ਅਸੀਂ ਵਿਰੋਧ ਕੀਤਾ। ਅਸੀਂ ਜਾ ਕੇ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹੀ, ਬਾਬਾ ਮੇਜਰ ਸਿੰਘ ਸਾਹਿਬ ਜੀ ਉਹਨਾਂ ਨੇ ਤੇ ਦਾਸ ਤੇ ਪ੍ਰਚਾਰ ਕਰਨ ਦਾ ਜਾ ਕੇ ਇਹ ਗੱਲ ਕਹੀ ਵੀ ਜੇ ਇਹਦਾ ਦੀਵਾਨ ਲੱਗੇਗਾ ਤੇ ਅਸੀਂ ਵਿਰੋਧ ਕਰਨਾ, ਜੇ ਕੋਈ ਵੱਢ ਫੱਟ ਹੋਏਗੀ ਤੇ ਨੁਕਸਾਨ ਹੋਏਗਾ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ, ਤੇ ਅਸੀਂ ਇਹਨੂੰ ਦੀਵਾਨ ਨਹੀਂ ਇਸ ਇਲਾਕੇ 'ਚ ਆਪਦੇ ਚਲਾਉਣ ਦੇਣਾ। ਤੇ ਜਿੱਥੇ ਜਿੱਥੇ ਸਾਡੀ ਜ਼ੋਰ ਪਏਗਾ ਅਸੀਂ ਉੱਥੇ ਉੱਥੇ ਇਹਦੇ ਦੀਵਾਨ ਦਾ ਵਿਰੋਧ ਕਰਾਂਗੇ। ਠੀਕ ਹੈ, ਜਿਹੜਾ ਉਹਦਾ ਡੇਰਾ ਏ, ਉਹ ਡੇਰਾ ਉਹਦਾ ਪਰਸਨਲ ਡੇਰਾ ਏ। ਡੇਰੇ ਤੇ ਅਸੀਂ ਜਾਂਦੇ ਨਹੀਂ ਉਹਦੇ, ਕਿਉਂਕਿ ਅਸੀਂ ਇਹੋ ਜਿਹੇ ਬੰਦੇ ਦੇ ਹਮਲਾਵਰ ਨਹੀਂ, ਅਸੀਂ ਇਹੋ ਜਿਹੇ ਬੰਦੇ ਦੇ ਥੁੱਕਦੇ ਵੀ ਨਹੀਂ। ਮੈਂ ਸਿੱਧਾ ਤੁਹਾਨੂੰ ਦੱਸ ਦੇਵਾਂ, ਜੇ ਪੰਥ ਬਾਹਰ ਨਿਕਲ ਕੇ ਪ੍ਰਚਾਰ ਕਰਨ ਵਾਸਤੇ ਜਿੱਥੇ ਕਰੇਗਾ, ਇਹ ਚੁੱਪ ਚਪੀਤਾ ਕਰ ਜਾਵੇ, ਸਾਨੂੰ ਪਤਾ ਨਾ ਲੱਗੇ, ਗੱਲ ਵੱਖਰੀ ਆ। ਫਲੈਕਸਾਂ ਲੱਗੀਆਂ ਹੋਣ, ਐਡ ਆਈ ਹੋਵੇ ਇਹਦੀ, ਸਾਨੂੰ ਲੱਗ ਜੇ ਪਤਾ ਵੀ ਇਸ ਇਲਾਕੇ ਦੇ 'ਚ ਦਾ ਦੀਵਾਨ ਆ, ਅਸੀਂ ਡਟ ਕੇ ਵਿਰੋਧ ਕਰਾਂਗੇ, ਜਾਂ ਮਰਾਂਗੇ ਜਾਂ ਮਾਰਾਂਗੇ। ਪਰ ਅਸੀਂ ਇਹਨੂੰ ਇਹੋ ਜਿਹਾ ਕੂੜ ਦਾ ਪ੍ਰਚਾਰ ਨਹੀਂ ਕਰਨ ਦੇਵਾਂਗੇ। ਜਿੱਥੇ ਕਿਤੇ ਇਹਦੀ ਪਾਵਰ ਹੈਗੀ ਆ ਉੱਥੇ ਕਰ ਲੇਗਾ, ਜਿੱਥੇ ਸਾਡਾ ਜ਼ੋਰ ਪੈ ਗਿਆ ਅਸੀਂ ਨਹੀਂ ਕਰਨ ਦੇਵਾਂਗੇ। ਬਾਕੀ ਜਿਹੜਾ ਵੀ ਕੋਈ ਕਰਦਾ ਏ, ਉਹ ਬਾਹਰ ਨਿਕਲ ਕੇ ਕਰੇ ਤੇ ਅਸੀਂ ਉਹਦੇ ਨਾਲ 2 ਹੱਥ ਕਰਾਂਗੇ। ਉਹਦਾ ਆਪਦਾ ਪਰਸਨਲ ਡੇਰਾ ਏ। ਜੇ ਪੰਥ ਜਿਉਂਦਾ ਏ ਤੇ ਅਕਾਲ ਤਖਤ ਉਹਨੂੰ ਮੰਗੇ ਹਿਸਾਬ ਕਿਤਾਬ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਥੇ ਹੈਗਾ ਆ, ਤਾਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਬਿਲਕੁਲ ਵਰਜਿਤ ਆ ਗੁਰੂ ਸਾਹਿਬ। ਦੇਖੋ ਜਿਹੜੀ ਸਤਿਕਾਰ ਕਮੇਟੀ ਬਣੀ ਆ, ਇਹ ਕਹਿੰਦੇ ਸੀ ਜੇ ਇੱਥੇ ਪ੍ਰਕਾਸ਼ ਨਹੀਂ ਰਹਿ ਸਕਦਾ ਜੀ, ਇੱਥੇ ਬੇਅਦਬੀ ਹੁੰਦੀ ਆ। ਇਹ ਉਹਨਾਂ ਨੂੰ ਬੇਅਦਬੀ ਦੀ ਨਹੀਂ, ਉਹਨਾਂ ਨੂੰ ਇਹ ਬੇਅਦਬੀ
ਵੀ ਇੱਥੇ ਬੇਅਦਬੀ ਹੁੰਦੀ ਆ ਵੀ ਜਿੱਥੇ ਅਕਬਰ ਵਰਗੇ ਬਾਦਸ਼ਾਹ ਨੂੰ ਮਹਾਰਾਜ ਨੇ ਵੱਖਰੀ ਪੰਗਤ ਨਹੀਂ ਦਿੱਤੀ। ਭਾਈ ਲਾਲੋ ਜੀ ਤੇ ਗੁਰੂ ਨਾਨਕ ਸਾਹਿਬ ਇਕੱਠੇ ਨੇ, ਭਾਈ ਮਰਦਾਨਾ ਜੀ ਇਕੱਠੇ। ਬਿਲਕੁਲ, ਅਕਬਰ ਬਾਦਸ਼ਾਹ ਆਇਆ ਸੀ ਗੋਂਦਵਾਲ, ਮਹਾਰਾਜ ਨੇ ਕਿਹਾ ਸੀ ਇੱਕ ਪੰਗਤ ਤੇ ਇੱਕ ਸੰਗਤ, ਫੇਰ ਦਰਸ਼ਨ ਹੋਣਗੇ। ਅਕਬਰ ਵਰਗੇ ਵਾਸਤੇ ਰੂਲ ਉਹ ਵਾ ਤੇ ਇੱਕ ਆਮ ਸਿੱਖਾਂ ਵਾਸਤੇ ਇਹਨੇ ਕਿਉਂ ਦੋ ਕਰ ਦਿੱਤੇ। ਇਹਨੂੰ ਪੰਥ ਨਹੀਂ ਪੁੱਛਦਾ। ਜਿੱਦਣ ਅਸੀਂ ਹੁਣ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਵੀ ਲੜਨੇ ਆ, ਅਸੀਂ ਪਿੰਡੋਂ ਪਿੰਡ ਜਾ ਰਹੇ ਆ, ਆਪਣੀ ਕੌਮ ਨੂੰ ਜਾਗਰੂਕ ਕਰਦੇ ਪਏ ਆ। ਸਾਡੇ ਨਾਲ ਬਹੁਤ ਸਾਰਾ ਜੱਟ ਭਾਈਚਾਰਾ, ਤਰਖਾਣ ਭਾਈਚਾਰਾ, ਫਿਰ ਭਾਪਿਆਂ ਦਾ ਭਾਈਚਾਰਾ, ਇਹ ਵੀ ਸਾਡੇ ਨਾਲ ਹੈ। ਬਹੁਤ ਸਾਰੇ ਜਿਹੜੇ ਸਾਨੂੰ ਕਹਿੰਦੇ ਨੇ ਜਿਹੜੇ ਚੰਗੀ ਸੋਚ ਰੱਖਣ ਵਾਲੇ ਤੇ ਗੁਰੂ ਪੰਥ ਨੂੰ ਪ੍ਰਕਾਸ਼ ਕਰਨ ਵਾਲੇ, ਗੁਰੂ ਪੰਥ ਦਾ ਦਰਦ ਰੱਖਣ ਵਾਲੇ, ਉਹ ਸਾਡੇ ਨਾਲ ਖੜੇ ਆ ਵੀ ਆਪਾਂ ਇਹ ਗੰਦਾ ਸਿਸਟਮ ਚੇਂਜ ਕਰਨਾ ਹੈ ਤੇ ਤੁਸੀਂ ਉੱਠੋ ਤੇ ਅਸੀਂ ਤੁਹਾਡੇ ਨਾਲ ਆ। ਤੇ ਅਸੀਂ ਵੀ ਆਪਦੀ ਕੌਮ ਨੂੰ ਜਾ ਕੇ ਖੜੇ ਕਰਨ ਡਏ ਆ ਵੀ ਉੱਠੋ, ਤੁਸੀਂ ਵੀ ਦਾੜੀਆਂ ਕੇਸ ਰੱਖੋ, ਸ਼੍ਰੋਮਣੀ ਕਮੇਟੀ ਦਾ ਵੋਟਾਂ ਬਣਾਓ, ਅਸੀਂ ਇਲੈਕਸ਼ਨ ਲੜਾਂਗੇ। ਅਸੀਂ ਜਿਹੜਾ ਉੱਥੇ ਪ੍ਰਚਾਰ ਦੀ ਲੜਾਈ ਵੀ ਲੜਾਂਗੇ, ਅਸੀਂ ਉੱਥੇ ਵਿੱਚ ਮੈਂਬਰ ਬਣ ਕੇ ਵੀ ਆਪਦਾ ਹੱਕ ਮੰਗਾਂਗੇ, ਖੜਾਂਗੇ ਅਸੀਂ ਵਿੱਚ ਤੇ ਅਸੀਂ ਜਦੋਜਹਿਦ ਕਰਾਂਗੇ। ਅਸੀਂ ਹੁਣ ਆਪਦੀ ਹੋਂਦ ਦੀ ਲੜਾਈ ਤੇ ਆਪਦੇ ਹੱਕ ਦੀ ਲੜਾਈ ਇਹ ਲੜਾਂਗੇ। ਬਾਬਾ ਜੀ ਦਲਿਤ ਸ਼ਬਦ ਜਿਹੜਾ ਆ ਇਹਨੂੰ ਤੁਸੀਂ ਕਿਵੇਂ ਲੈਂਦੇ ਹੋ? ਦੇਖੋ ਗੱਲ ਪਤਾ ਦਲਿਤ ਸਿੱਖ ਜਿਵੇਂ ਹੋ ਗਏ, ਜਿਹੜਾ ਦਲਿਤ ਸ਼ਬਦ ਹੈ ਨਾ, ਇਹ ਗਾਲ ਆ। ਗਾਲ ਕਿਵੇਂ ਹੋ ਗਈ? ਇਹ ਗਾਲ ਜੇ ਦਲਿਤ ਦਾ ਅਰਥ ਦੱਲਾ, ਠੀਕ ਹੈ ਨਾ, ਇਹਨਾਂ ਨੇ ਉਹਨੂੰ ਮਰੋੜ ਕੇ ਬਣਾਤਾ ਦਬਲੀਆਂ ਕੁਛੀਆਂ ਕਮਰ, ਦਲਿਆ ਹੋਇਆ ਦਲਿਤ। ਹਾਂਜੀ, ਤੇ ਇਸੇ ਤਰ੍ਹਾਂ ਇਹਨਾਂ ਨੇ ਇਸ ਤੋਂ ਪਹਿਲਾਂ ਦਲਿਤ ਸ਼ਬਦ ਤੋਂ ਪਹਿਲਾਂ ਇਹਨਾਂ ਨੇ ਇੱਕ ਸ਼ਬਦ ਵਰਤਿਆ ਸੀ ਹਰੀਜਨ, ਤੇ ਹਰੀਜਨ ਸ਼ਬਦ ਜਿਹੜਾ ਸੀ ਉਹਦੇ ਅਰਥ ਹੈ ਹਰਾਮ ਦਾ, ਜਿਹਦਾ ਕੋਈ ਪਤਾ ਸੁਰ ਨਾ ਹੋਵੇ, ਤੇ ਉਹ ਵਰਤਦੇ ਸੀ ਸਾਡੇ ਤੇ, ਸਾਨੂੰ ਗਾਲ ਕੱਢਦੇ ਸੀ। ਜਦੋਂ ਅਸੀਂ ਉਹਦਾ ਪ੍ਰਚਾਰ ਕਰਤਾ ਪਿੰਡਾਂ 'ਚ, ਫਿਰ ਅਸੀਂ ਪਰਚੇ ਵੀ ਕਰਾਏ ਵੀ ਇਹਦੇ ਅਰਥ ਕੀ। ਜਦੋਂ ਅਸੀਂ ਇਹਦੇ ਪਰਚੇ ਕਰਾਉਂਦੇ ਕਹਿੰਦੇ ਜੀ ਹਰੀ ਦਾ ਮਤਲਬ ਪ੍ਰਮਾਤਮਾ, ਜਨ ਦਾ ਮਤਲਬ ਸੇਵਕ, ਤੇ ਫਿਰ ਅਸੀਂ ਇਹਨੂੰ ਪੁੱਛਦੇ ਵੀ ਤੁਸੀਂ ਕੀ ਦੇ ਜੀ? ਅਸੀਂ ਤੇ ਪ੍ਰਮਾਤਮਾ ਦੇ, ਹਰੀ ਜਨ ਹਰੀ ਦੇ ਆ, ਤੁਸੀਂ ਸ਼ੈਤਾਨ ਦੇ ਜੇ, ਤੁਸੀਂ ਵੀ ਕਿਉਂ ਨਹੀਂ ਲਿਖਦੇ? ਤੁਸੀਂ ਕਿਉਂ ਨਹੀਂ ਆਪਣੇ ਆਪ ਨੂੰ ਲਿਖਦੇ ਵੀ ਅਸੀਂ ਵੀ ਹਰੀ ਦੇ ਆ? ਉਦੋਂ ਫਿਰ ਇਹ ਭੱਜ ਗਏ। ਜਦੋਂ ਇਹ ਭੱਜ ਗਏ ਤੇ ਹਰੀ ਸ਼ਬਦ ਜਿਹੜਾ ਉੱਤੇ ਰੋਕ ਲੱਗ ਗਈ। ਹੁਣ ਇਹਨਾਂ ਨੇ ਦੁਬਾਰਾ ਇਹ ਚੀਜ਼ ਕੱਢ ਲਈ ਖੋਜ ਕਰਕੇ, ਇਹਨਾਂ ਨੂੰ ਹੁਣ ਐਦਾਂ ਕਹਿਆ ਕਰੋ ਦਲਿਤ। ਦਲਿਤ ਕਿਸੇ ਵਿਧਾਨ 'ਚ ਨਹੀਂ ਹੈਗਾ, ਇਹਨਾਂ ਦਾ ਆਪ ਦਾ ਬਣਾਇਆ ਹੋਇਆ ਸ਼ਬਦ ਆ। ਇਹਦੇ ਵਿੱਚ ਇਹਨਾਂ ਲੋਕਾਂ ਨਾਲੋਂ ਦੋਸ਼ੀ ਜ਼ਿਆਦਾ ਸਾਡੇ ਭਾਈਚਾਰੇ ਦੇ ਲੋਕ ਆ, ਜਿਹੜੇ ਆਪਣੀਆਂ ਰੋਟੀਆਂ ਸੇਕਦੇ ਨੇ। ਮੈਂ ਦਲਿਤਾਂ ਦਾ ਨੇਤਾ ਕਰਕੇ, ਠੀਕ ਹੈ ਨਾ, ਗਰੀਬਾਂ ਦਾ ਨੇਤਾ ਵੀ ਕਹਿ ਸਕਦਾ, ਪਰ ਉਹ ਕੁਝ ਜਿਹੜੇ ਨੇਤਾ ਨੇ ਸਾਡੇ ਦਲਿਤ ਕਹਿੰਦੇ ਨੇ, ਉਹਨਾਂ ਨੂੰ ਜਾਂ ਤੇ ਪਤਾ ਨਹੀਂ ਤੇ ਜਾਂ ਉਹ ਆਪਦਾ ਸਿਰਫ ਤੋਰੀ ਫੁਲਕਾ ਚਲਾਉਣ ਵਾਸਤੇ ਇਹ ਵਰਤਦੇ ਨੇ ਸ਼ਬਦ, ਤੇ ਅਸੀਂ ਇਹਦਾ ਪੁਰਜੋਰ ਵਿਰੋਧ ਕਰਦੇ ਹਾਂ। ਸਾਡੇ ਸਾਹਮਣੇ ਜਿਹੜਾ ਦਲਿਤ ਕਹੇਗਾ ਅਸੀਂ ਉੱਤੇ ਪਰਚਾ ਕਰਾਉਣੇ ਆ। ਜਦੋਂ ਚੰਨੀ ਸਾਹਿਬ ਨੂੰ ਕਿਹਾ ਸੀ ਉਦੋਂ ਵੀ ਅਸੀਂ 8-10 ਪਰਚੇ ਕਰਾਏ ਸੀਗੇ। ਸਿੱਧੂ ਤੇ ਵੀ ਕਰਾਇਆ ਸੀ, ਜਿਹੜਾ ਬਣੇ ਨਾ ਦੀਪ ਸਿੱਧੂ ਤੇ ਵੀ ਪਰਚਾ ਕਰਾਇਆ ਸੀ। ਇੱਥੇ ਕੀ ਗੱਲ ਹੋਈ? ਇਹਨੇ ਚੂੜਾ ਸ਼ਬਦ ਵਰਤਿਆ ਸੀਗਾ, ਠੀਕ ਹੈ ਨਾ। ਜਦੋਂ ਉਹ ਬਜ਼ੁਰਗ ਇੱਕ ਕਹਿਣ ਡਿਆ, ਜਦੋਂ ਇਹਨੇ ਕਹਿਣਾ ਆਪਾਂ ਪੰਜਾਬ ਦੇ ਵਾਰਸ ਪਾਰਟੀ ਬਣਾਉਣੀ ਆ, ਤੇ ਉਹ ਸ਼ਰਾਬੀ ਹੋਇਆ ਕਹਿਣ ਡਿਆ ਆਪਾਂ ਚੂੜੇ ਚਮਾਰ ਨਹੀਂ ਵਿੱਚ ਵਾੜਨੇ, ਤੇ ਅੱਗੋਂ ਦੀਪ ਸਿੱਧੂ ਕਹਿੰਦਾ ਠੀਕ ਹੈ ਬਾਬਾ ਜੀ ਐਵੇਂ ਕਰਾਂਗੇ। ਉਸ ਟਾਈਮ ਮੁੜ ਕੇ ਸਫਾਈਆਂ ਦਿੱਤੀਆਂ, ਕਹਿੰਦਾ ਨਹੀਂ ਜੀ ਮੈਂ ਤਾਂ ਗਰੀਬਾਂ ਦੇ ਨਾਲ ਖੜਦਾ, ਮੈਂ ਗਰੀਬਾਂ ਨੂੰ ਦੀ ਵੋਟ ਚਾਹੀਦੀ ਤੈਨੂੰ ਤਾਂ ਖੜਦਾ। ਜੇ ਤੂੰ ਗਰੀਬਾਂ ਦੇ ਨਾਲ ਖੜਦਾ ਤਾਂ ਤੂੰ ਪਿਆਰ ਨਾਲ ਹੀ ਕਹਿੰਦਾ ਉਹਨੂੰ ਵੀ ਬਾਪੂ ਜੀ ਇਹ ਸ਼ਬਦ ਨਹੀਂ ਵਰਤਣਾ, ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਸਾਨੂੰ ਵੀ ਪਤਾ ਲੱਗਦਾ ਵੀ ਤੂੰ ਨਾਲ ਖੜਦਾ। ਉਸ ਟਾਈਮ ਵੀ ਇਹ ਤੇ ਪਰਚੇ ਕਰਾਏ ਸੀਗੇ, ਮੁੜ ਕੇ ਮਾਫੀਆਂ ਮੰਗੀਆਂ ਸੀ, ਚਲੋ 16 ਸਫਾਈ ਹੋਈ ਸੀਗੀ। ਹੁਣ ਵੀ ਜੇ ਕੋਈ ਦਲਿਤ ਸ਼ਬਦ ਵਰਤੇਗਾ ਅਸੀਂ ਉੱਤੇ ਵੀ ਪਰਚਾ ਕਰਾਵਾਂਗੇ, ਠੀਕ ਹੈ। ਅਸੀਂ ਰਗਰੇਟੇ ਆ, ਸਾਨੂੰ ਜਦੋਂ ਗੁਰੂ ਨੇ ਤੁਹਾਨੂੰ ਇੱਕ ਰੁਤਬਾ ਦੇਤਾ, ਉਪਾਧੀ ਦੇਤੀ ਵੀ ਰੰਗਰੇਟਾ, ਹਾਂਜੀ, ਗੁਰੂ ਦਾ ਬੇਟਾ, ਤੇ ਉਸ ਤੋਂ ਬਾਅਦ ਫਿਰ ਦਲਿਤ ਸਿੱਖ ਕਹਿਣਾ ਜਾਂ ਕੋਈ ਹੋਰ ਸ਼ਬਦ ਵਰਤਣਾ, ਇਹ ਤਾਂ ਗੁਰੂ ਦੇ ਗੱਲ ਨੂੰ ਹੀ ਮੋੜਨ ਵਾਲੀ ਗੱਲ, ਗੁਰੂ ਦੀ ਗੱਲ ਦਾ ਹੀ ਨਰਾਦਰ ਆ। ਤੁਸੀਂ ਵੇਖਿਆ ਸੀ ਉੱਥੇ ਚੰਡੀਗੜ੍ਹ ਤੁਸੀਂ ਸੀਗੇ, ਜਦੋਂ ਉਹਨੇ ਦਲਿਤ ਸ਼ਬਦ ਬੋਲਿਆ ਉਦੋਂ ਉਹਨੇ ਸਾਡੇ ਕੋਲ ਆਗਿਆ ਨਹੀਂ ਲਈ, ਤੇ ਮੁੜ ਕੇ ਮਜਬੀ ਸਿੱਖ ਕਹਿਣ ਲੱਗਿਆ, ਕਹਿੰਦਾ ਮੈਂ ਬੋਲ ਸਕਦਾ। ਕਿੱਡੀ ਸ਼ਾਤਰਾਨਾ ਇਹ ਖੇਡਿਆ, ਮਤਲਬ ਗੱਲ ਉੱਥੇ ਰੱਖਣੀ ਹੈ। ਮਜਬੀ ਸਿੱਖ ਤੇ ਅਸੀਂ ਫਖਰ ਨਾ ਕਹਾਉਣੇ ਆ, ਸਾਨੂੰ ਖਿਤਾਬ ਹੈ ਮਿਲਿਆ ਕਿ ਅਸੀਂ ਮਜਬੀ ਸਿੱਖ ਦਾ। ਮਜਬੀ ਸਿੱਖ ਕੋਈ ਜਾਤ ਨਹੀਂ ਆ, ਮਜਬੀ ਦੇ ਅਰਥ ਹੈ ਧਰਮੀ, ਤੇ ਜਿਹੜੇ ਧਰਮੀ ਸੀ ਉਹਨਾਂ ਨੂੰ ਮਹਾਰਾਜ ਨੇ ਮਜਬੀ ਸਿੱਖ ਕਿਹਾ। ਮਜਬ ਦੇ ਪੱਕੇ ਸੀ ਜਿਹੜੇ, ਉਹਨਾਂ ਨੂੰ ਮਜਬੀ ਸਿੱਖ ਕਿਹਾ। ਉਹ ਸ਼ਬਦ ਵਰਤਣ ਲੱਗਿਆ ਤੂੰ ਆਗਿਆ ਮੰਗਣਿਆ ਸਾਡੇ ਕੋਲ, ਮਤਲਬ ਉਹ ਸ਼ਬਦ ਵਰਤਣਾ ਨਹੀਂ ਚਾਹੁੰਦੇ ਸਾਨੂੰ। ਅਸੀਂ ਜੇ ਕਹਿੰਦੇ ਵੀ ਸਾਨੂੰ ਮਜਬੀ ਸਿੱਖ ਵਰਤੋ, ਵੀ ਅਸੀਂ ਮਜਬੀ ਸਿੱਖ ਹਾਂ, ਸਾਨੂੰ ਫਖਰ ਮਹਿਸੂਸ ਹੁੰਦਾ ਵੀ ਇਹ ਸਾਨੂੰ ਖਿਤਾਬ ਮਿਲਿਆ ਹੈ, ਇਹ ਅਸੀਂ ਸਾਡੇ ਵਡੇਰਿਆਂ ਨੇ ਧਰਮ ਕਮਾਇਆ ਹੈ। ਰਗਰੇਟੇ ਸ਼ਬਦ ਸਾਨੂੰ ਗੁਰੂ ਗੋਬਿੰਦ ਸਿੰਘ ਜੀ, ਇਹ ਦੋਵੇਂ ਸ਼ਬਦ ਮੁੱਖ ਵਾਕ ਪਾਤਸ਼ਾਹੀ 10ਵੀਂ ਆ, ਠੀਕ ਹੈ ਨਾ। ਇਸ ਕਰਕੇ ਇਹਨੂੰ ਕੋਈ ਝੁਠਲਾ ਨਹੀਂ ਸਕਦਾ, ਇਹ ਵਰਤਣਾ ਨਹੀਂ ਚਾਹੁੰਦੇ। ਤੇ ਦੂਜੇ ਸ਼ਬਦ ਜਿਹੜੇ ਨੇ
ਉਹ ਵਰਤਦੇ ਆ। ਉਹਨਾਂ ਫਿਰ ਮੈਂ ਪੁੱਛਿਆ ਉਹਨੂੰ ਵੀ ਤੂੰ ਦਲਿਤ ਸ਼ਬਦ ਵਰਤ ਲੱਗਿਆ, ਸਾਡੀ ਆਗਿਆ ਨਹੀਂ ਲਈ, ਤੇ ਮਜ਼੍ਹਬੀ ਸ਼ਬਦ ਵਰਤ ਲੱਗਿਆ, ਤੂੰ ਆਗਿਆ ਮੰਗਣ ਡਿਆ। ਇਹ ਕਿੱਡੀ ਸੋਹਣੀ ਚਾਲ ਆ ਤੇਰੀ। ਇਹ ਚਾਲਾਂ ਅਸੀਂ ਹੁਣ ਨਹੀਂ ਚੱਲਣ ਦਿਆਂਗੇ। ਜਿੱਥੇ ਸਾਨੂੰ ਪਤਾ ਲੱਗੇਗਾ ਉੱਥੇ ਅਸੀਂ ਆਵਾਜ਼ ਉਠਾਵਾਂਗੇ। ਸਾਨੂੰ ਕੋਈ ਲਾਲਚ ਨਹੀਂ ਆ, ਨਾ ਹੀ ਅਸੀਂ ਬਈ ਜਾਇਦਾਦਾਂ ਸਾਂਭਣੀਆਂ ਨੇ। ਅਸੀਂ ਸੰਤੁਸ਼ਟ ਹਾਂ ਜਿੱਥੇ ਮਹਾਰਾਜ ਨੇ ਰੱਖਿਆ, ਪਰ ਆਪਣੇ ਹੋਂਦ ਵਾਸਤੇ, ਆਪਣੇ ਹੱਕਾਂ ਵਾਸਤੇ ਜ਼ਰੂਰ ਜੂਝਾਂਗੇ। ਤੁਸੀਂ ਅਸਲ ਦੇ ਵਿੱਚ ਸਹੀ ਮਾਇਨੇ ਤੁਸੀਂ ਕੌਮ ਦੀ ਲੜਾਈ ਲੜ ਰਹੇ ਹੋ। ਅਸੀਂ ਆਪਦੀ ਕੌਮ ਦੀ ਲੜਾਈ ਲੜ ਰਹੇ ਹਾਂ, ਸਾਂਝੀ ਲੜਾਈ ਇੱਕ ਆਖਰੀ ਦਮ ਤੱਕ ਲੜਦੇ ਰਹਾਂਗੇ। ਪੰਥ ਦੀ ਲੜਾਈ ਹੈ। ਜੀ ਜੀ ਜੀ। ਪੰਥ ਨੂੰ ਦੇਖੋ, ਅਸੀਂ ਮੰਗ ਪੱਤਰ ਅਕਾਲ ਤਖਤ ਤੇ ਕਿੰਨੀ ਵਾਰੀ ਦੇ ਆਏ, ਇਹਨਾਂ ਨੇ ਕਿਸੇ ਨੂੰ ਨਹੀਂ ਬੁਲਾਇਆ। ਰੂਮੀ ਵਾਲੇ ਦੇ ਵੀ ਦਿੱਤੇ ਅਸੀਂ ਵੀ ਉੱਥੇ ਪੰਗਤ ਤੇ ਸੰਗਤ ਵੱਖਰੀ ਹੁੰਦੀ ਆ, ਉਹਨੂੰ ਬੁਲਾਓ। ਉੱਥੇ ਕੋਈ ਐਕਸ਼ਨ ਨਹੀਂ ਲਿਆ ਜੀ। ਦੂਜੇ ਬਾਕੀ ਜਿਹੜੇ ਡੇਰਿਆਂ ਤੇ ਇਹੋ ਜਿਹਾ ਨਹੀਂ ਹੁੰਦਾ, ਉਹ ਸੰਤ ਮਹਾਂਪੁਰਸ਼ ਵੀ ਖੜਦੇ ਆ ਸਾਡੇ ਨਾਲ, ਅਸੀਂ ਵੀ ਖੜਦੇ ਉਹਨਾਂ ਦੇ ਨਾਲ। ਹਾਂ, ਸਾਡੀ ਲੜਾਈ 'ਚ ਨਹੀਂ ਉਹ ਖੜਦੇ, ਪਰ ਕਈਆਂ ਮਸਲਿਆਂ ਤੇ ਉਹ ਸਾਡੇ ਨਾਲ ਖੜਦੇ, ਅਸੀਂ ਉਹਨਾਂ ਨਾਲ ਖੜਦੇ ਆ। ਕਈ ਵਾਰੀ ਸਾਡੀ ਫੈਸਲੇ ਲਈ ਸਪੋਰਟ ਉਹ ਕਰਦੇ, ਪੈਸੇ ਨਾਲ ਸਪੋਰਟ ਕਰਦੇ ਆ, ਸਾਡੇ ਲੀਡਰਸ਼ਿਪ ਨੂੰ ਸਪੋਰਟ ਕਰਦੇ ਆ। ਅਸੀਂ ਫਿਰ ਉਹਨਾਂ ਦੇ ਕਈ ਵਾਰੀ ਮੋਰਚਿਆਂ 'ਚ ਸਪੋਰਟ ਕਰ ਦਿੰਦੇ ਆ। ਮਤਲਬ ਇਹ ਸਾਡਾ ਸ਼ਰੀਕਾ ਭਾਈਚਾਰਾ ਸਮਝ ਲਓ। ਜੀ ਜੀ, ਠੀਕ ਹੈ ਨਾ, ਵੀ ਉਹ ਸਾਡੀ ਹੈਲਪ ਕਰਦੇ, ਅਸੀਂ ਉਹਨਾਂ ਦੀ ਹੈਲਪ ਕਰਦੇ ਆ। ਜਿੱਥੇ ਅਸੀਂ ਇਕੱਲੇ ਲੜਦੇ ਆ ਉੱਥੇ ਅਸੀਂ ਇਕੱਲੇ ਲੜਦੇ ਆ ਜੀ। ਕੁਝ ਡੇਰੇ ਨੇ ਜਿਹੜੇ ਸਾਡੇ ਨਾਲ ਖੜਦੇ ਆ, ਨਾਨਕ ਖਰੀਆਂ ਦੇ ਡੇਰੇ ਵੀ ਸਾਡੇ ਨਾਲ ਖੜਦੇ ਕਈ। ਹਾਂਜੀ, ਦਮਦਮੀ ਟਕਸਾਲ ਦੇ ਡੇਰੇ ਕਈ ਖੜਦੇ ਆ ਸਾਡੇ ਨਾਲ। ਨਿਹੰਗ ਸਿੰਘਾਂ ਦੇ ਬੜੀਆਂ ਫੌਜਾਂ ਸਾਡੇ ਨਾਲ ਖੜਦੀਆਂ ਨੇ ਜੀ। ਜਿਹੜੀਆਂ ਜਿਹੜੇ ਵਿਰੋਧ ਕਰਦੇ ਆ, ਤੇ ਅਸੀਂ ਉਹਨਾਂ ਦਾ ਦਬ ਕੇ ਅਸੀਂ ਵੀ ਕਰਦੇ ਹਾਂ। ਮਿਹਰਬਾਨੀ ਬਾਬਾ ਜੀ, ਜਿਹੜੀ ਗੱਲਬਾਤ ਹੋਈ ਆ ਸਾਰੀ ਸੰਗਤ ਦੇ ਸਾਹਮਣੇ ਆ। ਸੁਣ ਕੇ ਫੈਸਲਾ ਕਰੋ ਵੀ ਲੜਾਈ ਅਸਲ ਦੇ ਵਿੱਚ ਹੈ ਕੀ ਆ, ਲੜਾਈ ਹੋਣੀ ਕੀ ਚਾਹੀਦੀ ਹੈ। ਜਾਤੀ ਲੜਾਈ ਕੋਈ ਨਹੀਂ ਆ, ਕਿਸੇ ਕੌਮ ਨੂੰ ਅਸੀਂ ਟਾਰਗੇਟ ਨਹੀਂ ਕਰਦੇ। ਜੀ ਜੀ ਜੀ। ਬਹੁਤ ਸਾਰੇ ਜੱਟ ਭਾਈ ਲੜਾਈ ਗੁਰੂ ਦੀ ਖੜਦੇ ਆ। ਜਿਹੜਾ ਬਾਟਾ 1699 ਨੂੰ ਗੁਰੂ ਸਾਹਿਬ ਨੇ ਇੱਕ ਕੀਤਾ ਸੀਗਾ। ਉਹ ਕਸ਼ਮੀਰੀ ਜਿਹੜੇ ਦੂਸਰੇ ਬਾਹਮਣ ਸੀ, ਪਹਾੜੀ ਰਾਜੇ, ਉਹ ਕਹਿੰਦੇ ਸੀ ਅਲੱਗ ਕਰੋ। ਗੁਰੂ ਨੇ ਨਹੀਂ ਕੀਤਾ ਤੇ ਇਹਨਾਂ ਨੇ ਕੀਤਾ ਵੱਖਰਾ। ਉਹ ਲੜਾਈ ਜਿਹੜੇ ਨੇ ਉਹ ਜੱਟ ਭਾਈਚਾਰਾ ਵੀ ਲੜਦਾ। ਗੁਰੂ ਦੀ ਲੜਾਈ ਹੀ ਤੁਸੀਂ ਲੜ ਰਹੇ ਹੋ। ਹਾਂਜੀ ਜੀ ਜੀ। ਉਹਦੇ ਵਿੱਚ ਜਿਹੜੇ ਪੰਥ ਨੂੰ ਸਮਰਪਿਤ ਨੇ, ਪੰਥ ਦਾ ਦਰਦ ਰੱਖਦੇ ਨੇ, ਉਹ ਭਾਵੇਂ ਕਿਹੜੀ ਮਰਜ਼ੀ ਬਰਾਦਰੀ ਚ ਹੋਣ, ਉਹ ਸਰਦਾਰ ਗੁਰੂ ਦਾ ਸਿੱਖ ਹਾਸਲ ਦੇ ਗੁਰੂ ਦਾ ਸਿੱਖ ਹੋਆ। ਉਹ ਖੜਦੇ, ਉਹ ਜੱਟ ਨਹੀਂ ਹੈਗਾ, ਉਹ ਕੋਈ ਕੁਛ ਨਹੀਂ ਹੈਗਾ, ਕੋਈ ਨਹੀਂ, ਉਹ ਗੁਰੂ ਦਾ ਸਿੱਖ ਹੈ। ਬਿਲਕੁਲ ਨਹੀਂ। ਮੈਂ ਜਿੱਥੇ ਜੱਟ ਭਾਈਚਾਰੇ ਦੀ ਆਪਾਂ ਬੈਠੇ ਆ ਉੱਥੇ ਕੀਤੀ ਕਿ ਨਹੀਂ ਸੇਵਾ ਦੀ ਗੱਲ, ਬਈ ਇਹਨਾਂ ਦੀ ਕੋਈ ਦੇਣ ਨਹੀਂ ਦੇ ਸਕਦਾ, ਇਹ ਇੰਨੀ ਸੇਵਾ ਕਰਦੇ ਆ। ਮੈਂ ਆਪਦੀ ਕੌਮ 'ਚ ਜਾਣਾ ਨਾ, ਮਜ਼੍ਹਬੀ ਸਿੱਖਾਂ 'ਚ, ਉਹਨਾਂ 'ਚ ਵੀ ਜਾ ਕੇ ਜਾਣਾ, ਉਹ ਸਿਰਫ ਤੁਸੀਂ ਜੱਟਾਂ ਨੂੰ ਗਾਲਾਂ ਕੱਢਦੇ ਜੇ। ਜੱਟ ਲੋਕ ਸੇਵਾ ਸਿਮਰਨ ਕਰਦੇ ਆ, ਤੇ ਗੁਰੂ ਸਾਹਿਬ ਕਹਿੰਦੇ ਨੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਤੇ ਤੁਸੀਂ ਰਹਿਤ ਪੈਤ ਰੱਖੋ, ਰਹਿਮਤਾਂ ਤੁਹਾਡੇ ਤੇ ਵੀ ਆਉਣਗੀਆਂ। ਉਹ ਲੰਗਰ ਲਾਉਂਦੇ ਨੇ, ਤੁਸੀਂ ਖਾਣ ਜਾਂਦੇ ਜੇ, ਤੁਸੀਂ ਵੀ ਕੋਈ ਲਾ ਲਿਆ ਕਰੋ, ਥੋੜਾ ਲਾ ਲਿਆ ਕਰੋ। ਉਹਦੇ ਵਾਂਗੂ ਦੂਜੇ ਵਾਂਗੂ ਕਿਹੜਾ ਸਦਾਮੇ ਵਾਂਗੂ ਕੰਦਲ ਹੀ ਲਾ ਦਿਆ ਕਰੋ। ਗੁਰੂ ਸਾਹਿਬ ਜੀ ਕੌਡੀ ਅਗਰ ਭਾਗ ਰੱਖ ਸਤਿਗੁਰੂ, ਜਿਹੜਾ ਮਹਾਰਾਜ ਕਹਿੰਦੇ ਚਰਨ ਸਨਗੁਰ ਏਕ ਪੈਂਡਾ ਜਾਏ ਚੱਲ, ਭਾਈ ਗੁਰਦਾਸ ਜੀ ਕਹਿੰਦੇ ਜੀ। ਸਤਿਗੁਰੂ ਕੋਟ ਪੈਂਡਾ, ਉੱਥੇ ਕੌਡੀ ਨੂੰ ਵੀ ਭਾਗ ਲੱਗਦਾ, ਉਹ ਕੋਟ ਪੈਂਡਾ ਅੱਗੋਂ ਹੋ ਕੇ ਨੇ, ਉਹਨੂੰ ਕੋਈ ਕਿਸੇ ਚੀਜ਼ ਦੀ ਭੁੱਖ ਨਹੀਂ ਆ। ਇਹ ਪ੍ਰਚਾਰ ਕਰੀਦਾ, ਦੱਸੀਦਾ ਜਾ ਕੇ, ਜਿਹੜਾ ਗੁਣ ਆ ਉਹ ਗੁਣ ਆ। ਬਿਲਕੁਲ ਬਿਲਕੁਲ। ਸੋ ਸਮਾਂ ਕਾਫੀ ਹੋ ਗਿਆ, ਭਾਈ ਸਾਹਿਬ ਦਾ ਵੀ ਅਸੀਂ ਸਮਾਂ ਲਿਆ ਤੇ ਧੰਨਵਾਦ ਕਰਦੇ ਹਾਂ। ਬਾਕੀ ਫੈਸਲਾ ਤੁਸੀਂ ਕਰਨਾ ਆ, ਕੌਣ ਕਿੱਥੇ ਖੜਾ ਆ, ਕੌਣ ਕੀ ਕਰ ਰਿਹਾ, ਸਾਰਾ ਕੁਝ ਲੋਕਾਂ ਦੇ ਸਾਹਮਣੇ ਆ। ਕਿਹੜਾ ਵਿਦਵਾਨ ਕੀ ਬੋਲਦਾ, ਕਿਹੜਾ ਡੇਰੇਦਾਰ ਕੀ ਕਰਦਾ ਆ, ਸਭ ਕਥਾਵਾਂ, ਲੈਕਚਰ, ਭਾਸ਼ਣ, ਲਿਟਰੇਚਰ, ਆਰਟੀਕਲ ਸਭ ਕੁਝ ਮੌਜੂਦ ਆ ਇੱਥੇ। ਕੋਈ ਕਿਸੇ ਤੋਂ ਲੁਕੀ ਛੁਪੀ ਗੱਲ ਨਹੀਂ ਹੈਗੀ। ਸੁਣ ਕੇ ਵਿਵੇਕ ਬੁੱਧੀ ਨਾਲ ਫੈਸਲਾ ਲਵੋ, ਔਰ ਜੋ ਗੱਲ ਗੁਰੂ ਸਾਹਿਬ ਕਹਿੰਦੇ ਨੇ, ਸਾਡੇ ਜੋ ਹੁਕਮ ਆ ਗੁਰੂ ਸਾਹਿਬ ਵੱਲੋਂ ਐਕਚੁਅਲ ਦੇ ਵਿੱਚ, ਉਸ ਚੀਜ਼ ਨੂੰ ਫੋਲੋ ਕਰਨਾ ਹੀ ਸਿੱਖੀ ਦੇ ਵਿੱਚ ਅਸਲ ਸਿਧਾਂਤ ਮੰਨਿਆ ਜਾਂਦਾ। ਜਿਵੇਂ ਭਾਈ ਸਾਹਿਬ ਨੇ ਕਹੀ ਵੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ, ਇਹ ਗੁਰੂ ਸਾਹਿਬ ਦੀ ਗੱਲ ਆ। ਸੋ ਸੰਗਤ ਦਾ ਧੰਨਵਾਦ।